ਰਾਗ ਸੂਹੀ ਸ਼ੰਤ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗਣੀ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਰ ਤਾਲ ਦੇ ਤੀਸਰੇ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ। ਸ਼ੰਤ ਇਹ ਸ਼ਬਦ ਦੀ ਚਾਲ ਹੈ। ਸ਼ੰਤ ਦਾ ਅਰਥ ਜਸ ਵੀ ਹੈ। ਵਸਤੂ ਨਿਰਦੇਸ਼ਕ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ, ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ, ਅਦੁੱਤੀ ਬ੍ਰਹਮ ਜੋ ਸਾਰਿਆਂ ਨੂੰ ਪ੍ਰਕਾਸ਼ਮਾਨ ਕਰ ਰਹੀ ਹੈ, ਜਿਸ ਤੋਂ ਸਾਰੀ ਉਤਪਤੀ ਹੋਈ ਹੈ, ਜਿਸ ਦੇ ਵਿੱਚ ਸਾਰੀ ਲੈਤਾ ਹੋ ਜਾਂਦੀ ਹੈ, ਜੋ ਸਾਰਿਆਂ ਨੂੰ ਪਾਲਣ ਪੋਸ਼ਣ ਕਰਨ ਵਾਲਾ ਹੈ। ਸਤ ਚਿਤ ਆਨੰਦ। ਸਤ ਨਾਸ ਤੋਂ ਰਹਿਤ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਸਤਿਗੁਰ ਸੱਚੇ ਸਤਿਗੁਰ ਦੀ ਪ੍ਰਸਾਦੀ ਦੇ ਨਾਲ, ਕਿਰਪਾ ਦੇ ਨਾਲ ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਤੂੰ ਠਾਕੁਰ ਬੈਰਾਗਰੋ ਮੈਂ ਜਿਹੀ ਘਨ ਚੇਰੀ ਰਾਮ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕੀਤੇ ਨੇ, ਉਸ ਦਾ ਜਸ ਗਾਇਨ ਕੀਤਾ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਅਤੁੱਲ ਕਿਉਂ ਤੋਲੀਐ। ਜਿਹੜਾ ਹੈਗਾ ਹੀ ਅਤੁੱਲ ਹੈ ਤੇ ਫਿਰ ਉਸ ਨੂੰ ਤੋਲਣ ਦੀ ਕੀ ਲੋੜ ਹੈ। ਇਸ ਤਰ੍ਹਾਂ ਹੋਰ ਵੀ ਸ਼ਬਦ ਆਉਂਦੇ ਨੇ, ਅਕਥ ਕਥੀਏ, ਭਾਵ ਉਹ ਅਕਥ ਹੈ ਤੇ ਫਿਰ ਉਹਨੂੰ ਕਥਨ ਦੀ ਕੀ ਲੋੜ ਹੈ। ਉਹ ਬੇਅੰਤ ਹੈ ਤੇ ਫਿਰ ਉਸ ਦੇ ਗੁਣ ਗਾਇਨ ਦੀ ਕੀ ਲੋੜ ਹੈ। ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਪਾਰਾਵਾਰ ਤੋਂ ਰਹਿਤ ਨੇ, ਗੁਣਾਂ ਦੇ ਭੰਡਾਰ ਨੇ, ਗੁਣਾਂ ਦੇ ਖਜ਼ਾਨੇ ਨੇ। ਗੁਣਾਂ ਨੂੰ ਗਾਇਨ ਕਰਕੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ ਤੇ ਫਿਰ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ, ਜਿਹੜਾ ਤੋਲਿਆ ਨਹੀਂ ਜਾਂਦਾ, ਜਿਹੜਾ ਨਾਪਿਆ ਨਹੀਂ ਜਾਂਦਾ, ਕੀ ਲੋੜ ਪੈਗੀ ਫਿਰ ਉਸ ਨੂੰ ਤੋਲਣ ਦੀ, ਨਾਪਣ ਦੀ। ਗੁਰੂ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਦੱਸਦੇ ਨੇ, ਬਿਨ ਤੋਲੇ ਪਾਇਆ ਨਾ ਜਾਏ। ਜਦੋਂ ਤੱਕ ਅਸੀਂ ਉਸ ਨੂੰ ਤੋਲਣ ਨਹੀਂ ਲੱਗਦੇ ਨਾ, ਉਦੋਂ ਤੱਕ ਫਿਰ ਉਸ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਥੋੜ੍ਹੀਆਂ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਤਾਂ ਕਿ ਗੱਲ ਦੀ ਸਮਝ ਆ ਜਾਵੇ। ਅਤੁੱਲ ਕਿਉਂ ਤੋਲੀਐ। ਜਗਿਆਸੂ ਦੇ ਵੱਲੋਂ ਸਵਾਲ ਏ, ਸੰਗਤਾਂ ਦੇ ਵੱਲੋਂ ਸਵਾਲ ਏ, ਇਹ ਸੱਚੇ ਸਤਿਗੁਰ ਜੀ ਤੁਸੀਂ ਆਖ ਰਹੇ ਹੋ ਉਹ ਪਰਮਾਤਮਾ ਅਤੁੱਲ ਹੈ, ਤੇ ਜਿਹੜਾ ਸਾਨੂੰ ਪਤਾ ਹੈ ਵੀ ਅਤੁੱਲੇ ਤੋਲਿਆ ਨਹੀਂ ਜਾਂਦਾ ਤੇ ਫਿਰ ਉਹਨੂੰ ਤੋਲਣ ਦੀ ਕੀ ਲੋੜ ਪੈ ਗਈ। ਤੇ ਗੁਰੂ ਜੀ ਨੇ ਜਵਾਬ ਦਿੱਤਾ ਸੰਗਤਾਂ ਨੂੰ, ਬਿਨ ਤੋਲੇ ਪਾਇਆ ਨਾ ਜਾਏ। ਜਦੋਂ ਤੱਕ ਅਸੀਂ ਉਹਨੂੰ ਤੋਲਣ ਨਹੀਂ ਲੱਗਦੇ ਨਾ, ਉਦੋਂ ਤੱਕ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਇਹਨੂੰ ਇਸ ਤਰ੍ਹਾਂ ਸਮਝ ਲਓ, ਨਾਮ ਜਪਣ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਸਿਮਰਨ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ ਸ਼ਬਦ ਤੇ ਸੁਰਤ ਦਾ ਮੇਲ ਹੁੰਦਾ ਹੈ। ਜੇ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੋਇਆ ਤੇ ਫਿਰ ਅਜੇ ਕਿਤੇ ਨਾ ਕਿਤੇ ਕਮੀ ਹੈ, ਕਿਤੇ ਨਾ ਕਿਤੇ ਘਾਟ ਹੈ, ਜੋ ਨਿਤਨੇਮ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਕਥਾ ਵਿਚਾਰਾਂ ਕਰਨ ਦੇ ਨਾਲ, ਸੁਣਨ ਦੇ ਨਾਲ ਪ੍ਰਭੂ ਪਰਮਾਤਮਾ ਦੀ ਰਹਿਮਤ ਨਹੀਂ ਹੋਈ। ਸ਼ਬਦ ਤੇ ਸੁਰਤ ਦਾ ਸਮੇਲ ਨਹੀਂ ਹੋਇਆ, ਸੁਰਤ ਸ਼ਬਦ ਦੇ ਵਿੱਚ ਟਿਕਣ ਨਹੀਂ ਲੱਗੀ। ਇਹਨੂੰ ਇਸ ਤਰ੍ਹਾਂ ਸਮਝ ਲਓ, ਜੇ ਨਹੀਂ ਗੱਲ ਦੀ ਸਮਝ ਆਉਂਦੀ, ਸ਼ਬਦ ਤੇ ਸੁਰਤ ਦਾ ਸਮੇਲ ਨਹੀਂ, ਸ਼ਬਦ ਜਿਹੜਾ ਉਹਦੇ ਵਿੱਚ ਸੁਰਤ ਦਾ ਟਿਕ ਜਾਣਾ। ਤੇ ਸੁਰਤ ਕਹਿੰਦੇ ਨੇ ਸੋਝੀ ਨੂੰ। ਇਹਨੂੰ ਹੋਰ ਅੱਗੇ ਆਪਾਂ ਜੇ ਡੂੰਘਾਈ ਦੇ ਵਿੱਚ ਸਮਝਣ ਦਾ ਯਤਨ ਕਰੀਏ ਤੇ ਫਿਰ ਦੋ ਜਣੇ ਆਪਸ ਵਿੱਚ ਗੱਲਾਂ ਕਰ ਰਹੇ ਨੇ, ਇੱਕ ਕੁਝ ਦੱਸ ਰਿਹਾ, ਦੂਜਾ ਸੁਣ ਰਿਹਾ ਹੈ। ਦੂਜੇ ਦੀ ਸੁਰਤ ਦੱਸਣ ਦੇ ਲਫਾਸ ਦੇ ਵਿੱਚ ਟਿਕੀ ਹੋਈ ਹੈ ਤੇ ਉਹਨੂੰ ਹਰ ਇੱਕ ਗੱਲ ਦੀ ਸਮਝ ਆ ਜਾਵੇਗੀ। ਜੇ ਕੁਦਰਤੀ ਸੁਰਤ ਇੱਧਰ ਉੱਧਰ ਹੋ ਗਈ ਹੈ ਤੇ ਫਿਰ ਕਹਿਣਾ ਪਏਗਾ ਮੈਨੂੰ ਦੁਬਾਰਾ ਦੱਸ, ਪਤਾ ਨਹੀਂ ਲੱਗਿਆ। ਪਤਾ ਕਿਉਂ ਨਹੀਂ ਲੱਗਿਆ? ਮੇਰੀ ਸੁਰਤ ਕਿਤੇ ਹੋਰ ਚਲੀ ਗਈ ਸੀ। ਮੇਰੀ ਸੁਰਤ ਜਿਹੜੀ ਉਹ ਇੱਥੇ ਨਹੀਂ ਸੀ, ਮੇਰਾ ਧਿਆਨ ਉੱਕ ਗਿਆ ਸੀ। ਸੁਰਤ ਆਖ ਲਓ, ਧਿਆਨ ਆਖ ਲਓ।
ਸੋਝੀ ਆਖ ਲਓ। ਸ਼ਬਦ ਨੇ ਜਿਨ੍ਹਾਂ ਦਾ ਅਰਥ ਮਕਸਦ ਇੱਕੋ ਹੀ ਹੈ ਵੀ ਜਿਹੜੀ ਅਸੀਂ ਗੱਲ ਸੁਣ ਰਹੇ ਹਾਂ ਉਸ ਦੀ ਸਾਨੂੰ ਸਮਝ ਤਾਂ ਆਵੇਗੀ ਜੇ ਉਹਦੇ ਵਿੱਚ ਸਾਡੀ ਸੁਰਤ ਲੱਗੀ ਹੈ, ਸਾਡਾ ਧਿਆਨ ਲੱਗਿਆ, ਉਹਦੀ ਸੋਝੀ ਸਾਨੂੰ ਆ ਰਹੀ ਵੀ ਕੀ ਦੱਸ ਰਹੀ ਹੈ। ਇਹਨੂੰ ਕਹਿੰਦੇ ਨੇ ਸ਼ਬਦ ਤੇ ਸੁਰਤ ਦਾ ਮੇਲ। ਜਿਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੇ ਨਾਥਾਂ ਦੇ ਪਾਸ ਪਹੁੰਚੇ ਸਨ ਤੇ ਉਹਨਾਂ ਨੇ ਜਾਨਸਰ ਸਵਾਲ ਹੀ ਕੀਤਾ ਸੀ ਵੀ ਗੁਰੂ ਨਾਨਕ ਦੇਵ ਜੀ ਤੁਸੀਂ ਇੱਥੇ ਪਹੁੰਚੇ ਕਿਵੇਂ ਹੋ? ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਫਿਰ ਉਹਨਾਂ ਨੂੰ ਸਮਝਾਇਆ ਸ਼ਬਦ ਸੁਰਤ। ਜਿਹੜੀ ਸੁਰਤ ਹੈ ਉਹ ਸ਼ਬਦ ਦੇ ਵਿੱਚ ਜਦੋਂ ਟਿਕਾਓ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਮਨੁੱਖ ਦੇ ਲਈ ਕਿਤੇ ਵੀ ਜਾਣਾ ਔਖਾ ਨਹੀਂ। ਦੁਨੀਆ ਦਾ ਕੋਈ ਵੀ ਕੰਮ ਕਰਨਾ ਜਿਹੜਾ ਹੈ ਨਾ ਉਹ ਅਸੰਭਵ ਨਹੀਂ ਹੁੰਦਾ, ਉਹ ਕਰ ਸਕਦਾ ਹੈ। ਸੋ ਜਦੋਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਸੇਵਾ ਕਰਦੇ ਹਾਂ ਤੇ ਇਸ ਦਾ ਜਿਹੜਾ ਫਲ ਹੈ ਨਾ ਉਹ ਇਹ ਹੈ ਕਿ ਸਾਡੀ ਸੁਰਤ ਸ਼ਬਦ ਦੇ ਵਿੱਚ ਟਿਕ ਜਾਵੇ। ਜੇ ਸੁਰਤ ਸ਼ਬਦ ਦੇ ਵਿੱਚ ਨਹੀਂ ਟਿਕੀ ਤੇ ਫਿਰ ਸਾਡੀ ਬਾਣੀ ਪੜ੍ਹਨ ਨੂੰ, ਸੇਵਾ ਕਰਨ ਨੂੰ, ਨਾਮ ਜਪਣ ਨੂੰ, ਸਿਮਰਨ ਕਰਨ ਨੂੰ, ਅਭਿਆਸ ਕਰਨ ਨੂੰ ਪ੍ਰਭੂ ਪਰਮਾਤਮਾ ਨੇ ਅਜੇ ਪ੍ਰਵਾਨ ਨਹੀਂ ਕੀਤਾ। ਅਜੇ ਅਸੀਂ ਪ੍ਰਵਾਨ ਨਹੀਂ ਹੋਏ, ਮਿਹਨਤ ਕਰ ਰਹੇ ਹਾਂ ਪਰ ਇਸ ਦਾ ਫਲ ਜਿਹੜਾ ਉਹ ਅਜੇ ਨਹੀਂ ਬਣਿਆ, ਫਲ ਨਹੀਂ ਲੱਗਿਆ। ਅਸੀਂ ਆਪਣੇ ਖੇਤ ਦੇ ਵਿੱਚ ਜਾਂ ਘਰ ਦੇ ਵਿੱਚ ਕਿਸੇ ਫਲ ਦਾ ਬੂਟਾ ਲਾ ਲਏ, ਉਹਨੂੰ ਪਹਿਲੋਂ ਲਾਏ, ਫਿਰ ਉਹਦੀ ਸੇਵਾ ਕੀਤੀ, ਵੱਡਾ ਹੋਇਆ ਏ, ਫਲ ਨਹੀਂ ਲੱਗਿਆ ਤੇ ਅਸੀਂ ਬੜੇ ਚਿੰਤਾ ਤੋਂ ਹੋ ਜਾਂਦੇ ਹਾਂ ਵੀ ਅਜੇ ਤੱਕ ਇਸ ਨੂੰ ਫਲ ਨਹੀਂ ਲੱਗਿਆ, ਇਤਨਾ ਸਮਾਂ ਹੋ ਗਿਆ, ਇਤਨਾ ਵੱਡਾ ਹੋ ਗਿਆ। ਫਿਰ ਕਿਸੇ ਸਿਆਣੇ ਸਮਝਦਾਰ ਮਾਲੀ ਨੂੰ ਵਿਖਾਉਂਦੇ ਹਾਂ ਵੀ ਇਹਨੂੰ ਫਲ ਕਿਉਂ ਨਹੀਂ ਲੱਗਦਾ। ਪਰ ਇਹ ਜਿਹੜੀ ਅਸੀਂ ਅਧਿਆਤਮਿਕ ਤੌਰ ਤੇ ਕਿਰਿਆ ਕਰ ਰਹੇ ਨਾ ਇਹਦੀ ਸਾਨੂੰ ਪਰਵਾਹ ਕੋਈ ਨਹੀਂ, ਕਰੀ ਜਾ ਰਹੇ ਹਾਂ, ਪਰਵਾਹ ਕੋਈ ਨਹੀਂ ਵੀ ਕੁਝ ਮਿਲ ਰਿਹਾ ਹੈ, ਕੁਝ ਹੋ ਰਿਹਾ ਹੈ ਜਾਂ ਨਹੀਂ, ਸਾਡੀ ਸੇਵਾ ਕੀਤੀ ਸਫਲ ਹੋ ਰਹੀ ਹੈ, ਸਾਡਾ ਸਿਮਰਨ ਕੀਤਾ ਸਫਲ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਸਾਡੀ ਬਾਣੀ ਪੜ੍ਹੀ, ਪਾਠ ਕੀਤਾ, ਕੀਰਤਨ ਕੀਤਾ, ਸੁਣਿਆ, ਕਥਾ ਵਿਚਾਰਾਂ ਕੀਤੀਆਂ ਤੇ ਸੁਣੀਆਂ, ਆਪਾਂ ਸਾਰੇ ਇੱਕ ਨਾਲ ਦੇ ਹਾਂ। ਗੱਲ ਨੂੰ ਸਮਝਣਾ ਪੈਣਾ, ਫਿਰ ਗੱਲ ਦੀ ਸਮਝ ਆਏਗੀ। ਜੇ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੋਇਆ, ਅਜੇ ਵੀ ਧਿਆਨ ਜਿਹੜਾ ਉਹ ਖੇੜੇ ਦੇ ਵਿੱਚ ਉਖੜਦਾ ਏ ਤੇ ਫਿਰ ਅਜੇ ਇਸ ਬੂਟੇ ਨੂੰ ਫਲ ਨਹੀਂ ਲੱਗਿਆ, ਅਜੇ ਇਹ ਅਧੂਰਾ ਹੈ। ਜਿਵੇਂ ਪਾਣੀ ਇੱਕ ਥਾਂ ਤੇ ਰੁਕ ਜਾਵੇ ਤੇ ਉਹ ਗੰਦਾ ਹੋ ਜਾਂਦਾ ਹੈ, ਰੁਕੀ ਹੋਈ ਸੁਰਤ ਜਿਹੜੀ ਇਹ ਗੰਦੀ ਰਹੇਗੀ। ਗੰਦੀ ਤਾਂ ਪਹਿਲੋਂ ਤੋਂ ਹੀ ਇਹ। ਇਸ ਸੁਰਤ ਨੂੰ ਅਸੀਂ ਪਵਿੱਤਰ ਕਰਨਾ ਹੈ ਤੇ ਪਵਿੱਤਰ ਤਾਂ ਹੋਏਗੀ ਜੇ ਤੁਰੇਗੀ ਤਾਂ, ਪਵਿੱਤਰ ਤਾਂ ਹੋਵੇਗੀ ਜੇ ਤੁਰੇਗੀ। ਜੇ ਇਹ ਤੁਰੀ ਨਹੀਂ, ਇਹ ਸਾਰੇ ਯਤਨ ਇਸ ਵਾਸਤੇ ਨੇ ਕਿ ਸਾਡੀ ਸੁਰਤ ਜਿਹੜੀ ਉਹ ਤੁਰ ਪਵੇ। ਸਾਡੀ ਸੁਰਤ ਜਿਹੜੀ ਇਹ ਪ੍ਰਭੂ ਪਰਮਾਤਮਾ ਵਾਲੇ ਪਾਸੇ ਤੁਰ ਪਵੇ, ਇਸ ਨੂੰ ਨਾਮ ਰਸ ਆਉਣਾ ਸ਼ੁਰੂ ਹੋ ਜਾਵੇ, ਇਸ ਨੂੰ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਹੈ ਜਿਹੜਾ ਉਹ ਪ੍ਰਾਪਤ ਹੋਣਾ ਸ਼ੁਰੂ ਹੋ ਜਾਵੇ। ਇਸ ਵਾਸਤੇ ਇਸ ਸੁਰਤ ਦਾ ਤੋਰਨਾ ਜ਼ਰੂਰੀ ਹੈ। ਜਿਵੇਂ ਸਾਡਾ ਸਰੀਰ ਤੁਰ ਰਿਹਾ ਹੈ, ਇਸ ਨੇ ਤੁਰਦੇ ਤੁਰਦੇ ਨੇ ਅਖੀਰ ਸਿਵਿਆਂ ਦੇ ਵਿੱਚ ਜਾ ਰੁਕਣਾ ਹੈ। ਉਸੇ ਤਰ੍ਹਾਂ ਸੁਰਤ ਤੇ ਇਹ ਤੁਰੇਗੀ, ਤੁਰਦੀ ਹੋਈ ਤੇ ਫਿਰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਕੇ ਉੱਥੇ ਜਾ ਕੇ ਰੁਕੇਗੀ। ਫਿਰ ਇਹ ਗੰਦੀ ਨਹੀਂ ਹੁੰਦੀ, ਉਹ ਪਵਿੱਤਰ ਥਾਂ ਦੇ ਵਿੱਚ ਜਾ ਕੇ ਸਮਾ ਗਈ ਹੈ। ਇਹ ਸੁਰਤ ਜਿਹੜੀ ਰੁਕ ਜਾਣੀ ਹੈ, ਇਹ ਗੰਦੀ ਹੋ ਜਾਂਦੀ ਹੈ। ਇਸ ਦਾ ਇੱਕ ਅੱਧਾ ਪ੍ਰਮਾਣ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਜਿਸ ਵਕਤ ਛੋਟੇ ਸਾਹਿਬਜ਼ਾਦੇ ਵਜੀਦੇ ਦੇ ਕਚਹਿਰੀ ਦੇ ਵਿੱਚ ਪੇਸ਼ ਹੋਏ ਸਨ, ਉਸ ਵਕਤ ਇਹ ਸਾਹਿਬਜ਼ਾਦਿਆਂ ਨੂੰ ਫਤਵਾ ਸੁਣਾਉਣ ਵਾਲਾ ਜਿਹੜਾ ਸੀ ਉਹ ਇੱਕ ਕਾਜੀ ਸੀ। ਹੁਣ ਵੇਖੋ, ਇੱਕ ਕਾਜੀ ਇਹ 5 ਨਵਾਜੀ ਹੈ ਤੇ ਯਾਰਤ ਵੀ ਕਰਦਾ ਹੈ, ਰੋਜ਼ੇ ਵੀ ਰੱਖਦਾ ਹੈ। ਭਾਵ ਹਰ ਉਹ ਇੱਕ ਧਾਰਮਿਕ ਕਿਰਿਆ ਕਰ ਰਹੀ ਹੈ ਜੋ ਇੱਕ ਧਾਰਮਿਕ ਮਨੁੱਖ ਨੂੰ ਕਰਨੀ ਚਾਹੀਦੀ ਹੈ, ਪਰ ਇਸ ਦੀ ਸੁਰਤ ਨਹੀਂ ਟਿਕ ਟੁਰੀ, ਇਸ ਦੀ ਸੁਰਤ ਰੁਕੀ ਹੋਈ ਹੈ, ਜਿਸ ਕਰਕੇ ਇਸ ਦੀ ਸੁਰਤ ਗੰਦੀ ਹੈ। ਤੇ ਇਹਨੇ ਕਹਿ ਦਿੱਤਾ ਹੈ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਹੱਥ ਦੇ ਵਿੱਚ ਆਪ ਜੀ ਨੇ ਫੋਟੋ 'ਚ ਵੇਖਿਆ ਹੋਣਾ, ਬੜੀ ਵੱਡੀ ਤਸਬੀਹ ਵੀ ਪਕੜੀ ਹੋਈ ਹੈ। ਅੱਲਾ ਵੀ ਕਰ ਰਹੀ ਹੈ, ਖੁਦਾ ਵੀ ਕਰ ਰਹੀ ਹੈ ਤੇ ਕੁਰਾਨ ਦਾ ਪਾਠ ਵੀ ਕਰਦਾ ਹੈ।
ਰੋਜੇ ਵੀ ਰੱਖਦਾ ਹੈ, 5 ਨਵਾਜੀ ਵੀ ਹੈ, ਲਿਬਾਸ ਵੀ ਜਿਹੜਾ ਉਹ ਵੀ ਧਾਰਮਿਕ ਹੈ। ਤੇ ਹੁਣ ਫਤਵਾ ਕੀ ਸੁਣਾ ਰਿਹਾ ਹੈ ਕਿ ਇਹ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਤੇ ਜੇ ਇਸ ਕਾਜੀ ਨੂੰ ਪੁੱਛਿਆ ਜਾਵੇ ਤੂੰ ਇੱਕ ਧਾਰਮਿਕ ਮਨੁੱਖ ਹੈ ਤੇ ਕਿਹੜਾ ਜੁਰਮ ਇਹਨਾਂ ਬੱਚਿਆਂ ਦੇ ਉੱਤੇ ਲਾ ਕੇ ਤੂੰ ਇਹਨਾਂ ਨੂੰ ਨਿਉਮਾਂ ਦੇ ਵਿੱਚ ਚਿਣਦਾ ਹੈ। ਇਹ ਸੁਰਤ ਜਿਹੜੀ ਗੰਦੀ ਹੋਈ ਹੈ, ਜਦੋਂ ਸੁਰਤ ਗੰਦੀ ਹੋ ਜਾਵੇ ਫਿਰ ਜਿਹੜਾ ਉਪਰੀ ਲਿਬਾਸ ਹੈ ਉਹ ਵੀ ਗੰਦਾ ਹੋ ਜਾਂਦਾ ਹੈ। ਤਾਂ ਕਰਕੇ ਇਹ ਸੁਰਤ ਦਾ ਤੋੜਨਾ ਜਿਹੜਾ ਇਹ ਜ਼ਰੂਰੀ ਹੈ। ਤੇ ਸੁਰਤ ਤਾਂ ਤੁਰੇਗੀ ਜੇ ਉਸ ਪ੍ਰਭੂ ਪਰਮਾਤਮਾ ਦੇ ਅਸੀਂ ਜਸ ਗਾਇਨ ਕਰਾਂਗੇ, ਉਸ ਦੇ ਨਾਮ ਨੂੰ ਜਪਾਂਗੇ। ਜੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਹਾਂ, ਕੀਰਤਨ ਕਰਦੇ ਤੇ ਸੁਣਦੇ ਹਾਂ, ਕਥਾ ਵਿਚਾਰਾਂ ਹੁੰਦੀਆਂ ਨੇ, ਇਹ ਸਾਰੇ ਜਿਹੜੇ ਸਾਧਨ ਨੇ ਇਸ ਵਾਸਤੇ ਨੇ ਕਿ ਸਾਡੀ ਸੁਰਤ ਜਿਹੜੀ ਇੱਕ ਥਾਂ ਤੇ ਨਾ ਟਿਕੇ। ਇਹ ਸੁਰਤ ਜਿਹੜੀ ਇਹ ਤੁਰ ਪਵੇ, ਤੁਰੀ ਹੋਈ ਸੁਰਤ ਜਿਹੜੀ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਜਾਵੇ। ਅੱਜ ਦੇ ਪਾਵਨ ਸ਼ਬਦ ਦਾ ਜਿਹੜਾ ਸਿਧਾਂਤ ਹੈ ਨਾ, ਉਹ ਸਿੱਧ ਇਹੀ ਹੈ, ਸਿੱਧ ਅੰਤ ਸਿਧਾਂਤ, ਜਿੰਦੇ ਅੰਤ ਤੇ ਸਿੱਧੀ ਦੀ ਪ੍ਰਾਪਤੀ ਹੋ ਜਾਵੇ ਉਹਨੂੰ ਸਿਧਾਂਤ ਆਖਿਆ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਸਾਨੂੰ ਅੱਜ ਕਿਰਪਾ ਕੀਤੀ ਹੈ, ਦੱਸਿਆ ਤੂੰ ਠਾਕੁਰੋ ਬੈਰਾਗੁਰੋ ਮੈਂ ਜੇਹੀ ਘਣ ਚੇਰੀ ਰਾਮ। ਤੂੰ ਠਾਕੁਰੋ, ਠਾਕਰ ਕਹਿੰਦੇ ਨੇ ਮਾਲਕ ਨੂੰ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਬੈਰਾਗੁਰੋ, ਬੈਰਾਗੁਰੂ ਕਹਿੰਦੇ ਨੇ ਬਰਾਗ ਦੇਣ ਵਾਲੇ ਨੂੰ। हे ਮੇਰੇ ਪਰਮਾਤਮਾ, हे ਮੇਰੇ ਸੱਚੇ ਸਤਿਗੁਰ ਜੀ, ਤੂੰ ਸਾਡਾ ਮਾਲਕ ਹੈ। ਵੈਸੇ ਠਾਕੁਰੋ ਦਾ, ਠਾਕਰ ਦਾ ਅਰਥ ਹੁੰਦਾ, ਠਾਕ ਦਾ ਅਰਥ ਹੁੰਦਾ ਰੋਕਣਾ, ਤੇ ਉਰ ਦਾ ਅਰਥ ਹੁੰਦਾ ਹਿਰਦਾ, ਜੋ ਸਾਡੇ ਹਿਰਦੇ ਨੂੰ ਡਾਵਾਂਡੋਲ ਹੋਣ ਤੋਂ ਰੋਕ ਲੈਂਦਾ ਹੈ, ਜੋ ਸਾਡੇ ਹਿਰਦੇ ਨੂੰ ਵਿਕਾਰਾਂ ਬੁਰਾਈਆਂ ਵਾਲੇ ਪਾਸੇ ਜਾਣ ਤੋਂ ਰੋਕ ਲੈਂਦਾ ਹੈ, ਉਹਨੂੰ ਠਾਕਰ ਆਖਿਆ ਗਿਆ ਹੈ। ਬੈਰਾਗੁਰੂ ਜੋ ਸਾਡੇ ਅੰਦਰ ਵਿਰਾਗ ਪੈਦਾ ਕਰਦਾ ਹੈ, ਜੋ ਸੰਸਾਰ ਦੇ ਵਿੱਚ ਰਹਿੰਦਿਆਂ ਅਸੀਂ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਸੰਸਾਰ ਵੱਲੋਂ ਵਿਰਾਗੀ ਹੋ ਜਾਂਦੇ ਹਾਂ, ਇਹ ਵਿਰਾਗ ਦੀ ਦਾਤ ਦੇਣ ਵਾਲਾ ਹੈ। ਮੈਂ ਜਿਹੀ ਘਨ ਚੇਰੀ ਰਾਮ, ਹੈ ਮੇਰੇ ਵੈਗੁਰੂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਤੇਰੇ ਸੇਵਕ ਨੇ, ਕੋਈ 1 2 4 ਨਹੀਂ। ਘਨ ਦਾ ਅਰਥ ਹੈ ਅਗਿਣਤ, ਜਿਨ੍ਹਾਂ ਦੀ ਗਿਣਤੀ ਕਰਕੇ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕੀਤਾ ਹੈ। ਤੇ ਜਸ ਇਸ ਕਰਕੇ ਗਾਇਨ ਕਰਨਾ ਹੈ, ਬਿਨ ਤੋਲੇ ਪਾਇਆ ਨਾ ਜਾਏ, ਤੇ ਬਿਨਾਂ ਤੋਲਣ ਤੋਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਬਿਨਾਂ ਜਸ ਗਾਇਨ ਕਰਨ ਤੋਂ, ਬਿਨਾਂ ਨਾਮ ਜਪਣ ਤੋਂ ਇਹ ਸੁਰਤ ਤੁਰਦੀ ਨਹੀਂ, ਸੁਰਤ ਰੁਕ ਜਾਂਦੀ ਹੈ, ਸੁਰਤ ਗੰਦੀ ਹੋ ਜਾਂਦੀ ਹੈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਉਹਨੂੰ ਤੋਲਣ ਦਾ ਸਾਧਨ ਕੀ ਹੈ? ਗੁਰ ਕੈ ਸ਼ਬਦ ਵਿਚਾਰੀਐ, ਗੁਰੂ ਦੇ ਸ਼ਬਦ ਦੇ ਨਾਲ, ਆ ਵੇਖੋ ਆਪਾਂ ਵਿਚਾਰਾਂ ਕਰ ਰਹੇ ਹਾਂ ਨਾ, ਗੁਰੂ ਦੇ ਸ਼ਬਦ ਦੇ ਨਾਲ ਉਹਨੂੰ ਵਿਚਾਰਨਾ ਹੈ। ਜਿਹੜੀਆਂ ਵਿਚਾਰਾਂ ਨੇ ਇਹ ਆਪਣੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹ ਗੁਰੂ ਦੇ ਸ਼ਬਦ ਦੀਆਂ ਹੋਣੀਆਂ ਚਾਹੀਦੀਆਂ ਨੇ। ਗੁਰੂ ਦੇ ਸ਼ਬਦ ਦੇ ਨਾਲ ਉਹਨੂੰ ਜਦੋਂ ਵਿਚਾਰਾਂਗੇ, ਗੁਰੂ ਦੇ ਸ਼ਬਦ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ, ਗੁਣਮੈ ਰਹੇ ਸਮਾਏ, ਤੇ ਫਿਰ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਵਿੱਚ ਸਾਡਾ ਮਨ ਸਮਾਇਆ ਰਹਿੰਦਾ ਹੈ। ਬੜੀ ਡੰਗਾਈ ਵਾਲੀ ਗੱਲ ਹੈ। ਹੁਣ ਮਨ ਜਿਹੜਾ ਇਹ ਬੜਾ ਸੂਖਮ ਹੈ, ਤੇ ਮਨੁੱਖ ਦੀਆਂ ਜਿਹੜੀਆਂ ਅੰਦਰ ਦੀਆਂ ਵਿਚਾਰਾਂ ਨੇ ਇਹ ਵੀ ਬੜੀਆਂ ਸੂਖਮ ਨੇ। ਹੁਣ ਸਥੂਲ ਨੂੰ ਸਥੂਲ ਦੇ ਨਾਲ ਪਕੜਿਆ ਜਾਂਦਾ ਹੈ। ਸਾਡੇ ਹੱਥ ਸਥੂਲ ਨੇ, ਜਿਹੜੀ ਚੀਜ਼ ਸਥੂਲ ਹੈ, ਦਿਸਣ ਵਿੱਚ ਆਉਂਦੀ ਹੈ, ਪਕੜਨ ਵਿੱਚ ਆਉਂਦੀ ਹੈ, ਉਹਨੂੰ ਅਸੀਂ ਪਕੜ ਲਵਾਂਗੇ। ਜਿਹੜੀ ਚੀਜ਼ ਦਿਸਦੀ ਨਹੀਂ ਉਹਨੂੰ ਸੂਖਮ ਆਖਿਆ ਜਾਂਦਾ ਹੈ। ਹੁਣ ਮਨ ਜਿਹੜਾ ਇਹ ਦਿਸਦਾ ਨਹੀਂ, ਇਹ ਸੂਖਮ ਹੈ। ਤੇ ਮਨ ਦੇ ਵਿੱਚ ਚੱਲਣ ਵਾਲੀਆਂ ਜਿਹੜੀਆਂ ਵਿਚਾਰਾਂ ਨੇ ਇਹ ਵੀ ਸੂਖਮ ਨੇ। ਹੁਣ ਪਤਾ ਨਹੀਂ ਮਨ ਕਿਹੜੀਆਂ ਵਿਚਾਰਾਂ ਦੇ ਵਿੱਚ ਡੁੱਬਿਆ। ਜਿਸ ਤਰ੍ਹਾਂ ਦੀਆਂ ਵਿਚਾਰਾਂ ਦੇ ਵਿੱਚ ਮਨ ਡੁੱਬਿਆ, ਮਨ ਦੀ ਹਾਲਤ ਤਾਂ ਫਿਰ ਉਸੇ ਤਰ੍ਹਾਂ ਦੀ ਹੋਣੀ ਹੈ ਨਾ। ਜੇ ਅਸੀਂ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਦੇ ਹਾਂ ਤੇ ਸਰੀਰ ਜਿਹੜਾ ਹੈ ਇਹ ਪਵਿੱਤਰ ਹੋ ਜਾਂਦਾ ਹੈ। ਜੇ ਕਿਸੇ ਛੱਪੜੀ 'ਚ ਗੰਦੇ ਪਾਣੀ 'ਚ ਜਾ ਕੇ ਨਹਾਵਾਂਗੇ ਤੇ ਫਿਰ ਭਾਈ ਸਰੀਰ ਨੂੰ ਗਾਰਾ ਹੀ ਲੱਗਣਾ, ਮੈਲ ਲਵੇਗੀ ਨਹੀਂ, ਹੋਰ ਚੜ ਜਾਵੇਗੀ। ਉਸੇ ਤਰ੍ਹਾਂ ਜਿਹੜੀਆਂ ਵਿਚਾਰਾਂ ਨੇ, ਵਿਚਾਰਾਂ ਦੇ ਵਿੱਚ ਮਨ ਇਸ਼ਨਾਨ ਕਰਦਾ ਹੈ। ਜਦੋਂ ਵਿਚਾਰਾਂ ਦੇ ਵਿੱਚ ਮਨ ਇਸ਼ਨਾਨ ਕਰਦਾ ਹੈ ਤੇ ਉਹ ਨਿਰਭਰ ਕਰਦਾ ਹੁਣ ਵਿਚਾਰਾਂ ਕਿਸ ਤਰ੍ਹਾਂ ਦੀਆਂ ਨੇ। ਜਿਸ ਤਰ੍ਹਾਂ ਦੀਆਂ ਵਿਚਾਰਾਂ ਮਨ ਕਰੇਗਾ ਉਸ ਤਰ੍ਹਾਂ ਦੀ ਮਨ ਦੀ ਜਿਹੜੀ ਹਾਲਤ ਹੈ, ਜਿਹੜੀ ਇਹ ਦਸ਼ਾ ਹੋ ਜਾਣੀ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਗੁਰ ਕੇ ਸ਼ਬਦ ਵਿਚਾਰੀਏ ਗੁਣ ਮਹਿ
ਰਹਿ ਸਮਾਏ। ਜਦੋਂ ਗੁਰੂ ਦੇ ਸ਼ਬਦ ਦੇ ਵਿਚਾਰ ਦੇ ਨਾਲ ਆਪਾਂ ਜੁੜਾਂਗੇ ਨਾ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਕਰਾਂਗੇ, ਤੇ ਫਿਰ ਮਨ ਵਿੱਚ ਜਿਹੜੀਆਂ ਵਿਚਾਰਾਂ ਨੇ, ਮਨ ਜਿਹੜੀਆਂ ਵਿਚਾਰਾਂ ਵਿੱਚ ਇਸ਼ਨਾਨ ਕਰ ਰਹੀ ਹੈ, ਉਹ ਉਸ ਪ੍ਰਭੂ ਪਰਮਾਤਮਾ ਦੇ ਗੁਣ ਵਾਲੀਆਂ ਹੋਣਗੀਆਂ। ਤੇ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਵਿੱਚ ਫਿਰ ਇਹ ਮਨ ਹੀ ਜਿਹੜਾ ਇਹ ਸਮਾਇਆ ਰਹੇਗਾ, ਇਹਨੂੰ ਮੈਲ ਨਹੀਂ ਲੱਗੇਗੀ, ਇਹ ਪਵਿੱਤਰ ਹੋ ਜਾਏਗਾ। ਅੱਗੇ ਸਤਿਗੁਰੂ ਜੀ ਰਹਿਮਤ ਕਰਦੇ ਨੇ, ਆਪਣਾ ਆਪ ਤੋਲ ਸੀ, ਅਸੀਂ ਉਹਨੂੰ ਤੋਲਣ ਦਾ ਯਤਨ ਕਰਨਾ ਹੈ, ਉਸ ਨੂੰ ਤੋਲਣਾ ਹੈ। ਤੇ ਇਹ ਭਾਵਨਾ ਇਹ ਨਹੀਂ ਵੀ ਮੈਂ ਉਸ ਦਾ ਅੰਤ ਪਾ ਲਿਆ, ਉਹਨੂੰ ਤੋਲ ਲਿਆ। ਉਹ ਇਸ ਵਾਸਤੇ ਵੀ ਹੈ ਸੱਚੇ ਸਤਿਗੁਰੂ ਜੀ, ਜਦੋਂ ਤੱਕ ਅਸੀਂ ਤੇਰੇ ਆਲੇ ਪਾਸੇ ਨਹੀਂ ਤੁਰਦੇ, ਤੇਰੇ ਨਾਮ ਦੇ ਨਾਲ, ਤੇਰੇ ਜਸ ਦੇ ਨਾਲ ਨਹੀਂ ਤੁਲਦੇ, ਉਦੋਂ ਤੱਕ ਸਾਡੇ ਅੰਦਰ ਗਿਆਨ ਹੀ ਨਹੀਂ ਆਉਂਦਾ, ਉਦੋਂ ਤੱਕ ਸਾਡੇ ਅੰਦਰ ਗਿਆਨ ਹੀ ਨਹੀਂ ਆਉਂਦਾ। ਇਸ ਵਾਸਤੇ ਆਪਣਾ ਆਪ ਤੋਲ ਸੀ, ਆਪੇ ਮਿਲੇ ਮਿਲਾਏ। ਫਿਰ ਉਹ ਆਪਣਾ ਆਪ ਇਹਨਾਂ ਜਿਹੜਾ ਆਪ ਤੋਲ ਕੇ ਗੁਰਮੁਖ ਪਿਆਰੇ ਦੇ ਅੰਦਰ ਸਾਰੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਤੇ ਆਪ ਹੀ ਫਿਰ ਮਿਲਦਾ ਤੇ ਆਪ ਹੀ ਮਿਲਾਉਂਦਾ ਹੈ। ਇਸ ਵਾਸਤੇ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਜਸ ਕਰ ਰਹੇ ਹਾਂ, ਉਹਦਾ ਜਸ ਕਰਨਾ ਹੈ ਤੇ ਕਰਦੇ ਰਹਿਣਾ ਹੈ, ਤਾਂ ਕਿ ਸਾਡੀ ਜਿਹੜੀ ਸੁਰਤ ਹੈ ਨਾ, ਇਹ ਇੱਕ ਥਾਂ ਤੇ ਨਾ ਰੁਕੇ, ਸੁਰਤ ਸਾਡੀ ਤੁਰ ਪਵੇ, ਸ਼ਬਦ ਤੇ ਸੁਰਤ ਦਾ ਸੁਮੇਲ ਹੋ ਜਾਵੇ। ਜਿਵੇਂ ਜਿਵੇਂ ਸ਼ਬਦ ਦੇ ਨਾਲ ਅਸੀਂ ਜੁੜੀਏ, ਇਹ ਨਾ ਹੋਵੇ ਵੀ ਸ਼ਬਦ ਤਾਂ ਅੱਗੇ ਲੰਘ ਜਾਵੇ ਤੇ ਸੁਰਤ ਜਿਹੜੀ ਉਹ ਪਿੱਛੇ ਰਹਿ ਜਾਵੇ। ਤੂੰ ਠਾਕੁਰੋ ਬੈਰਾਗੁਰੋ ਮੈਂ ਜੇਹੀ ਘਨ ਚੇਰੀ ਰਾਮ। ਹੇ ਪਰਮਾਤਮਾ, ਤੇਰਾ ਜਸ ਗਾਇਨ ਕਰ ਰਹੇ ਹਾਂ। ਤੂੰ ਸਾਡੇ ਹਿਰਦੇ ਨੂੰ ਆਸਰਾ ਦੇਣ ਵਾਲਾ ਹੈ, ਤੂੰ ਸਾਡਾ ਮਾਲਕ ਹੈ, ਤੂੰ ਸਾਡਾ ਸੁਆਮੀ ਹੈ। ਤੂੰ ਸਾਡੇ ਤੇ ਕਿਰਪਾ ਕਰਕੇ ਸਾਨੂੰ ਵਿਰਾਗ ਦੀ ਦਾਤ ਬਖਸ਼ਿਸ਼ ਕਰਦਾ ਹੈ। ਸਾਡਾ ਸੰਸਾਰ ਦੇ ਵੱਲੋਂ ਮਨ ਵਿਰਾਗੀ ਹੋ ਜਾਂਦਾ ਤੇਰੀ ਕਿਰਪਾ ਨਾਲ। ਮੈਂ ਜੇਹੀ ਘਨ ਚੇਰੀ ਰਾਮ, ਮੈਂ ਇਕੱਲਾ ਨਹੀਂ, ਪਤਾ ਨਹੀਂ ਸਾਡੇ ਵਰਗੇ ਕਿਤਨੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਤੇ ਤੂੰ ਰਹਿਮਤ ਬਖਸ਼ਿਸ਼ ਮਿਹਰ ਕੀਤੀ ਹੈ ਜੀ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣ ਤੇਰੀ ਰਾਮ। ਤੂੰ ਸਾਗਰੋਂ, ਤੂੰ ਸਾਗਰ ਹੈ, ਸਾਗਰ ਤੋਂ ਭਾਵ ਬੜਾ ਵਿਸ਼ਾਲ ਹੈ। ਜਿਵੇਂ ਸਾਗਰ ਨੇ ਨਾ, ਸਮੁੰਦਰ, ਸਾਗਰ, ਸਮੁੰਦਰ ਤੋਂ ਵੱਡਾ ਸਾਗਰ ਅੱਗੇ ਹੋ ਜਾਂਦਾ ਹੈ। ਜਿਵੇਂ ਸਾਗਰ ਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਸਾਗਰ ਦੇ ਅੰਦਰ ਹੀਰੇ ਰਤਨ ਜਵਾਹਰ ਨੇ, ਉਹਨਾਂ ਦਾ ਕੋਈ ਅਥਾਹ ਨਹੀਂ। ਸਾਗਰ ਦਾ ਕੋਈ ਅਥਾਹ ਨਹੀਂ, ਕਿਤਨਾ ਕੋ ਵਿਸ਼ਾਲ ਹੈ, ਕਿਤਨਾ ਕੋ ਮਹਾਨ ਹੈ। ਉਸੇ ਤਰ੍ਹਾਂ ਹੀ ਮੇਰੇ ਪਰਮਾਤਮਾ ਤੂੰ ਹੀ ਬੜਾ ਮਹਾਨ ਹੈ, ਤੂੰ ਹੀ ਬੜਾ ਵਿਸ਼ਾਲ ਹੈ। ਰਤਨਾਗਰੋ, ਤੇ ਤੇਰੇ ਵਿੱਚ ਜਿਹੜੇ ਗੁਣ ਨੇ ਨਾ, ਇਹ ਸਾਰੇ ਰਤਨ ਨੇ। ਜਿਵੇਂ ਸਾਗਰ ਦੇ ਵਿੱਚ ਰਤਨਾਂ ਦਾ ਕੋਈ ਅੰਤ ਨਹੀਂ ਹੁੰਦਾ। ਹੋ ਸਾਰ ਨਾ ਜਾਣਾ ਤੇਰੀ ਰਾਮ। ਹੇ ਮੇਰੇ ਸੱਚੇ ਸਤਿਗੁਰੂ ਜੀ, ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਤੇ ਤੇਰਾ ਜਿਹੜਾ ਅੰਤ ਹੈ ਨਾ, ਉਹ ਮੇਰੇ ਤੋਂ ਨਹੀਂ ਜਾਣਿਆ ਜਾ ਸਕਦਾ। ਮੈਂ ਤੇਰੇ ਅੰਤ ਨੂੰ ਨਹੀਂ ਪਾ ਸਕਦਾ। ਤੂੰ ਬੜਾ ਮਹਾਨ ਵਿਸ਼ਾਲ ਹੈ, ਗੁਣਾਂ ਦਾ ਭੰਡਾਰ ਹੈ ਜੀ। ਸਾਰ ਨ ਜਾਣਾ ਤੂੰ ਬੜ ਦਾਣਾ, ਕਰ ਮਿਹਰਮਤ ਸਾਈਂ। ਇਹ ਪਰਮਾਤਮਾ, ਅਸੀਂ ਤੇਰੀ ਸਾਰਤਾ ਜਾਣ ਨਹੀਂ ਸਕਦੇ। ਭਾਵ ਸਾਨੂੰ ਉਸ ਮਰਿਆਦਾ ਦਾ ਪਤਾ ਹੀ ਨਹੀਂ, ਕਿਹੜੀ ਮਰਿਆਦਾ ਦੇ ਨਾਲ ਤੂੰ ਖੁਸ਼ ਹੈ। ਸਾਰ ਨਾ ਜਾਣਾ ਤੂੰ ਵੱਡ ਦਾਣਾ, ਤੂੰ ਸਾਰਿਆਂ ਤੋਂ ਸਿਆਣਾ ਹੈ, ਸਾਰਿਆਂ ਤੋਂ ਸਮਝਦਾਰ ਹੈ। ਜਿਵੇਂ ਕਈ ਵਾਰੀ ਕੋਈ ਕਿਤੇ ਪੰਚਾਇਤ ਹੋਵੇ ਨਾ, ਤੇ ਉਹ ਨਿਬੜਦੀ ਨਾ ਹੋਵੇ, ਫੈਸਲਾ ਨਾ ਹੁੰਦਾ ਹੋਵੇ, ਤੇ ਅਸੀਂ ਕਹਿ ਦਿੰਦੇ ਹਾਂ ਕਿਸੇ ਗੁਰਮੁਖ ਪਿਆਰੇ ਦਾ ਨਾਮ ਲੈ ਕੇ ਵੀ ਉਹਨੂੰ ਸੱਦ ਕੇ ਲਿਆਓ, ਇਹ ਫੈਸਲਾ ਫਿਰ ਹੋਏਗਾ, ਕਿਉਂ ਉਹ ਬੜਾ ਦਾਨਾ ਹੈ। ਭਾਵ ਉਹ ਬੜਾ ਸਮਝਦਾਰ ਹੈ। ਉਹ ਦਾਨਾ ਮਨੁੱਖ, ਸਮਝਦਾਰ ਮਨੁੱਖ ਜਦੋਂ ਆਏਗਾ ਤੇ ਫਿਰ ਇਹ ਨਿਬੇੜਾ ਹੋ ਜਾਵੇਗਾ। ਸਾਰ ਨਾ ਜਾਣਾ। ਹੈ ਮੇਰੇ ਪਰਮਾਤਮਾ ਸੱਚੇ ਸਤਿਗੁਰੂ ਜੀ, ਤੇਰਾ ਅੰਤ ਨਹੀਂ, ਸਾਨੂੰ ਸਾਰ ਨਹੀਂ, ਸਾਨੂੰ ਕਿਸੇ ਭਾਵ ਦੀ ਮਰਿਆਦਾ ਦਾ ਨਹੀਂ ਪਤਾ। ਤੂੰ ਵੱਡ ਦਾਨਾ ਹੈ ਮੇਰੇ ਪਰਮਾਤਮਾ, ਤੂੰ ਬੜਾ ਦਾਨਾ ਹੈ, ਸਿਆਣਾ ਹੈ, ਸਮਝਦਾਰ ਹੈ। ਕਰ ਮਿਹਰਮਤ ਸਾਈਂ। ਮਿਹਰਮਤ ਦਾ ਅਰਥ ਹੈ ਮਿਹਰ ਕਰ। ਸਾਈਂ ਹੈ ਮੇਰੇ ਪਰਮਾਤਮਾ, ਹੈ ਮੇਰੇ ਮਾਲਕ, ਹੈ ਮੇਰੇ ਖਸਮ, ਤੂੰ ਮੇਰੇ ਤੇ ਮਿਹਰ ਕਰਨੀ ਕਰ। ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਉਸ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ, ਉਸ ਦੀਆਂ ਵਡਿਆਈਆਂ ਕਰਦੇ ਨੇ, ਤੇ ਵਡਿਆਈਆਂ ਕਰਕੇ ਅਰਦਾਸ ਕਰਕੇ ਉਸ ਪ੍ਰਭੂ ਪਰਮਾਤਮਾ ਤੋਂ ਅਸੀਂ ਮੰਗਣਾ ਕੀ ਹੈ, ਕਿਰਪਾ ਕੀਜੈ, ਸਾਡੇ ਤੇ ਕਿਰਪਾ ਕਰ। ਕਾਦੀ? ਸਾ ਮਤ ਦੀਜੈ, ਉਸ ਮਤ ਦੀ।
ਆਠ ਪਹਿਰ ਤੁਧ ਧਿਆਈ, ਅਠੇ ਪਹਿਰ ਮੈਂ ਤੇਰੇ ਨਾਮ ਨੂੰ ਜਪਦਾ ਰਵਾਂ, ਤੇਰੇ ਮਨ ਨੂੰ ਧਿਆਉਂਦਾ ਰਵਾਂ। ਇਹ ਧਿਆਈ, ਧਿਆਉਣਾ ਤੇ ਧਿਆਏ, ਇਹਦਾ ਅਰਥ ਇਹ ਹੈ ਵੀ ਸਾਡਾ ਧਿਆਨ ਹੈ ਨਾ ਜਿਹੜਾ ਉਹ ਤੇਰੇ ਨਾਲ ਜੁੜਿਆ ਰਵੇ। ਮਨੁੱਖ ਜਿਹੜਾ ਇਹਦੇ ਕੋਲ ਸ਼ਕਤੀ ਹੈ, ਇਸ ਨੂੰ ਭਾਵੇਂ ਆਪਾਂ ਸੁਰਤ ਆਖ ਦਈਏ, ਭਾਵੇਂ ਧਿਆਨ ਆਖ ਦਈਏ, ਭਾਵੇਂ ਸਮਝ ਆਖ ਦਈਏ। ਬੱਚਾ ਕੰਮ ਕਰਦਾ ਹੋਵੇ, ਕੰਮ ਕਰਦਿਆਂ ਕਰਦੇ ਉਸ ਤੋਂ ਗਲਤ ਹੋ ਜਾਵੇ ਤੇ ਆਪਾਂ ਕਹਿ ਦਿੰਦੇ ਹਾਂ ਤੂੰ ਧਿਆਨ ਨਾਲ ਕੰਮ ਨਹੀਂ ਕੀਤਾ। ਹੁਣ ਸਰੀਰ ਦੇ ਵਿੱਚ ਭਾਵੇਂ ਕਿੰਨੀ ਤਾਕਤ ਤੇ ਕਿਤਨਾ ਜ਼ੋਰਾਵਰ ਹੈ, ਜੇ ਉਹਨੇ ਧਿਆਨ ਦੀ ਵਰਤੋਂ ਨਹੀਂ ਕੀਤੀ ਤੇ ਫਿਰ ਉਹ ਬੱਚਾ ਜਿਹੜਾ ਉਹ ਕੰਮ ਗਲਤ ਕਰੇਗਾ। ਜੇ ਉਹਨੇ ਆਪਣੇ ਧਿਆਨ ਦੀ ਵਰਤੋਂ ਕੀਤੀ ਹੈ ਤੇ ਫਿਰ ਉਹ ਕੰਮ ਨਹੀਂ ਗਲਤ ਕਰੇਗਾ। ਜਦੋਂ ਸਾਡਾ ਧਿਆਨ ਪਰਮਾਤਮਾ ਦੇ ਵਿੱਚ ਰਹੇਗਾ, ਪਰਮਾਤਮਾ ਦੇ ਧਿਆਨ ਜੁੜ ਚਰਨਾਂ ਨਾਲ ਅਸੀਂ ਧਿਆਨ ਲਾਈ ਰੱਖਾਂਗੇ ਤੇ ਫਿਰ ਸੰਸਾਰ ਦੇ ਵਿੱਚ ਵਿਚਰਦੇ ਹੋਇਆਂ ਸਾਨੂੰ ਕੋਈ ਗੁਨਾਹ ਨਹੀਂ ਲੱਗੇਗਾ, ਸਾਡੇ ਤੋਂ ਕੋਈ ਬੁਰਾਈ ਨਹੀਂ ਹੋਏਗੀ। ਕਿਰਪਾ ਕੀਜੇ ਸਾਮਤ ਦੀਜੇ, ਹੈ ਮੇਰੇ ਪਰਮਾਤਮਾ ਤੂੰ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਸ੍ਰੇਸ਼ਟ ਬੁੱਧੀ ਦੀ ਦਾਤ ਬਖਸ਼। ਆਠ ਪਹਿਰ ਤੁਧ ਧਿਆਈ, ਉਹ ਸ੍ਰੇਸ਼ਟ ਬੁੱਧੀ ਇਹ ਹੈ ਕਿ ਮੇਰੇ ਮਾਲਕ ਅਸੀਂ ਅਠੇ ਪਹਿਰੀ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ ਜੀ। ਗਰਭ ਨ ਕੀਜੈ ਰੇਨ ਹੋ ਬੀਜੈ, ਤਾਂਗਤ ਜੀਅਰੇ ਤੇਰੀ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਗੁਰਬਾਣੀ ਦੇ ਵਿੱਚ ਜਿੱਥੇ ਸਾਨੂੰ ਸੱਚੇ ਸਤਿਗੁਰ ਦਾ ਜਸ ਬਖਸ਼ਿਸ਼ ਕਰ ਰਹੇ ਨੇ ਨਾ, ਗਿਆਨ ਦੀ ਦਾਤ ਦੇ ਰਹੇ ਨੇ, ਉੱਥੇ ਨਾਲ ਪਰਹੇਜ ਵੀ ਦੱਸਦੇ ਨੇ। ਜਿਵੇਂ ਕੋਈ ਚੰਗਾ ਸਿਆਣਾ ਵੈਦ ਜਾਂ ਡਾਕਟਰ ਹੋਵੇ, ਉਹ ਵੈਦ ਜਾਂ ਡਾਕਟਰ ਜਦੋਂ ਦਵਾਈ ਦਿੰਦਾ ਤੇ ਪਰਹੇਜ ਜਿਹੜਾ ਇਹ ਜ਼ਰੂਰੀ ਦੱਸਦਾ ਵੀ ਪਰਹੇਜ ਜ਼ਰੂਰੀ ਕਰਨਾ ਤੂੰ। ਉਵੇਂ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਇਸ ਤੁਕ ਦੇ ਅੰਦਰ ਸਾਨੂੰ ਪਰਹੇਜ ਦੱਸਿਆ। ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਨਾ ਹੈ। ਜਸ ਇਸ ਕਰਕੇ ਗਾਇਨ ਕਰਨਾ ਹੈ ਕਿ ਸਾਡੀ ਸੁਰਤ ਜਿਹੜੀ ਇਹ ਸ਼ਬਦ ਦੇ ਨਾਲ ਸੁਮੇਲ ਕਰਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਰਾਜੇ, ਉੱਥੋਂ ਤੱਕ ਸਾਡੀ ਅਪਰੋਚ ਹੋ ਜਾਵੇ, ਉੱਥੇ ਤੱਕ ਅਸੀਂ ਪਹੁੰਚ ਜਾਈਏ। ਉਹ ਹੈ ਬੜਾ ਮਹਾਨ, ਬੜਾ ਵਸਾਲੇ, ਸਾਰੇ ਉਸ ਦੇ ਗੁਣ ਨੇ। ਉਸ ਤੋਂ ਦਾਤ ਵੀ ਲੈਣੀ ਹੈ ਵੀ ਸਾਨੂੰ ਸ੍ਰੇਸ਼ਟ ਮਤ ਦੇ, ਸ੍ਰੇਸ਼ਟ ਬੁੱਧੀ ਦੇ, ਕਿ ਅਸੀਂ ਅਠੇ ਪੈਰ ਤੇਰੇ ਨਾਮ ਨੂੰ ਜਪਦੇ ਰਹੀਏ, ਤੇਰੇ ਚਰਨਾਂ ਦੇ ਨਾਲ ਸਾਡਾ ਧਿਆਨ ਲੱਗਿਆ ਰਵੇ। ਹੁਣ ਗੁਰੂ ਜੀ ਪਰਹੇਜ ਦੱਸਦੇ ਨੇ, ਗਰਭ ਨਾ ਕੀਜੈ, ਜੇ ਉਸ ਵਾਹਿਗੁਰੂ ਦੀ ਥੋੜੀ ਜੀ ਕਿਤੇ ਕਿਰਪਾ ਹੋ ਜਾਵੇ ਨੇ ਤੇ ਹੰਕਾਰ ਨਹੀਂ ਕਰ ਲੈਣਾ ਵੀ ਮੇਰੇ ਵਰਗਾ ਤਾਂ ਹੋਣਾ ਹੀ ਕੋਈ ਨਹੀਂ। ਜੇ ਉਹਦੀ ਰਹਿਮਤ ਕਿਰਪਾ ਹੋ ਜਾਵੇ, ਕੋਈ 2-4 ਦਿਨ ਨਿਤਨੇਮ ਕਰ ਲਿਆ, ਸਿਮਰਨ ਕਰ ਲਿਆ, ਬਾਣੀ ਪੜ੍ਹ ਲਈਏ, ਸੇਵਾ ਕਰ ਲਈਏ ਤੇ ਹੰਕਾਰ ਨਾ ਹੋ ਜਾਵੇ। ਗਰਭ ਨਾ ਕੀਜੈ, ਹੰਕਾਰ ਨਹੀਂ ਕਰਨਾ ਵੀ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਏ, ਇਹ ਹੰਕਾਰ ਨਾ ਆ ਜਾਵੇ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਰੇਨ ਹੋਵੀ ਜੇ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਚਰਨਾਂ ਦੀ ਖਾਕ ਹੋ ਕੇ ਰਹਿਣਾ ਹੈ। ਤਾਂ ਗਤ ਜੀਰੇ ਤੇਰੀ, ਹੈ ਮੇਰੇ ਜੀ, ਹੈ ਮੇਰੀ ਆਤਮਾ, ਹੈ ਮੇਰੇ ਮਨ, ਫਿਰ ਤੇਰੀ ਗਤੀ ਹੋਵੇਗੀ। ਫਿਰ ਤੂੰ ਗਤੀ ਨੂੰ ਪ੍ਰਾਪਤ ਕਰ ਸਕਦਾ ਹੈ ਜੇ ਤੂੰ ਸੱਚੇ ਸਤਿਗੁਰ ਦੇ ਚਰਨਾਂ ਦੀ ਰੇਨ ਬਣ ਕੇ ਰਵੇਂ, ਸੰਗਤ ਦੇ ਚਰਨਾਂ ਦੀ ਰੇਨ ਬਣ ਕੇ ਰਵੇਂ ਤੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਹੰਕਾਰ ਨਾ ਹੋਵੇ ਜੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਘਨ ਚੇਰੀ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਰਿਆਂ ਤੋਂ ਉੱਪਰ ਤੋਂ ਭਾਵ ਵੀ ਉੱਚਾ ਤੇ ਸੁੱਚਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਆਖ ਰਹੇ ਨੇ, ਮੈਂ ਜਿਹੀ ਘਨ ਚੇਰੀ ਰਾਮ, ਹੈ ਮੇਰੇ ਵਾਹਿਗੁਰੂ, ਮੇਰੇ ਵਰਗੀਆਂ ਪਤਾ ਨਹੀਂ ਤੇਰੀਆਂ ਕਿੰਨੀਆਂ ਕੁ ਉਦਾਸੀਆਂ ਨੇ, ਮੇਰੇ ਵਰਗੇ ਪਤਾ ਨਹੀਂ ਤੇਰੇ ਕਿਤਨੇ ਕੁ ਉਦਾਸ ਹਨ ਜੀ। ਤੁਮ ਗਹਰ ਅਤ ਗਹਿਰ ਗੰਭੀਰਾ, ਤੁਮ ਪਿਰ ਹਮ ਬਹੁਰੀਆ ਰਾਮ। ਹੁਣ ਦੂਸਰੀ ਤੁਕ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ, ਤੁਮ ਗੌਹਰ ਅਤ ਗਹਿਰ ਗੰਭੀਰਾ, ਤੁਮ ਗੌਹਰ, ਹੈ ਮੇਰੇ ਪਰਮਾਤਮਾ ਤੁਸੀਂ ਗੁਣਾਂ ਦੇ ਖਜ਼ਾਨੇ ਹੋ ਤੇ ਗੁਣਾਂ ਦੇ ਖਜ਼ਾਨੇ ਜੋ ਗਹਿਰ ਗੰਭੀਰਾ, ਬੜੀ ਗੰਭੀਰਤਾ ਵਾਲੇ ਹੋ, ਬੜੀ ਗਹਿਰਾਈ ਵਾਲੇ ਹੋ। ਉਸ ਪ੍ਰਭੂ ਪਰਮਾਤਮਾ ਨੂੰ ਗਹਿਰ ਗੰਭੀਰਾ ਆਖਿਆ ਹੈ। ਉਹ ਗਹਿਰਾਈ ਵਾਲਾ ਹੈ ਤੇ ਗੰਭੀਰਤਾਈ ਵਾਲਾ ਹੈ। ਵੈਸੇ ਜੀ ਆਪਾਂ ਕਿਸੇ ਡੰਗਾਈ ਦੇ ਵਿੱਚ ਚਲੇ ਜਾਈਏ, ਕਿਸੇ ਗਹਿਰਾਈ ਦੇ ਵਿੱਚ ਚਲੇ ਜਾਈਏ ਤੇ ਸਾਡੇ ਅੰਦਰ ਘਬਰਾਹਟ ਪੈਦਾ ਹੋ ਜਾਂਦੀ ਏ। ਆ ਬੜੇ ਡੂੰਘੇ ਡੂੰਘੇ ਖੂਹ ਅਜੇ ਵੀ ਹੈਗੇ ਨੇ, ਪਹਿਲੂ ਵੀ ਹੋਇਆ ਕਰਦੇ ਸਨ। ਇਹਨਾਂ ਖੂਹਾਂ ਦੇ ਵਿੱਚ ਜਦੋਂ ਅਸੀਂ ਉਤਰਦੇ ਸੀ ਤੇ
ਡਰ ਜਿਹੜਾ ਹੈ ਉਹ ਬਣ ਜਾਂਦਾ ਸੀ, ਮਨ ਘਬਰਾਉਣ ਲੱਗ ਜਾਂਦਾ ਸੀ, ਘਬਰਾਹਟ ਦੇ ਵਿੱਚ ਚਲੇ ਜਾਈਦਾ ਸੀ। ਕਿਤੇ ਬਿਆਬਾਨ ਜੰਗਲ ਦੀ ਗਹਿਰਾਈ ਦੇ ਵਿੱਚ ਚਲੇ ਜਾਈਏ ਤੇ ਉੱਥੇ ਵੀ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਏ, ਸਾਡਾ ਮਰਨਾ ਹੋ ਜਾਂਦਾ, ਅਸੀਂ ਘਬਰਾ ਜਾਂਦੇ ਹਾਂ। ਪਰ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਇਹ ਗੁਣਾਂ ਦਾ ਖਜ਼ਾਨਾ ਹੈ ਨਾ, ਇਹਦੇ ਵਿੱਚ ਜਿਵੇਂ ਜਿਵੇਂ ਅਸੀਂ ਗਹਿਰਾਈ ਦੇ ਵਿੱਚ ਜਾਂਦੇ ਹਾਂ, ਡੰਗਾਈ ਦੇ ਵਿੱਚ ਜਾਂਦੇ ਹਾਂ, ਸਾਡੇ ਅੰਦਰ ਗੰਭੀਰਤਾ ਹੀ ਹੁੰਦੀ ਜਾਂਦੀ ਏ। ਤੁਮ ਗੌਹਰ, हे ਪਰਮਾਤਮਾ ਸੱਚੇ ਸਤਿਗੁਰ ਜੀ, ਤੁਸੀਂ ਮਹਾਨ ਹੋ, ਤੁਸੀਂ ਵਿਸ਼ਾਲ ਹੋ, ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਤੇ ਗੁਣਾਂ ਦੇ ਖਜ਼ਾਨੇ ਕਿਸ ਤਰ੍ਹਾਂ ਦੇ? ਅਤ ਗਹਿਰ ਗੰਭੀਰਾ। ਤੇ ਆਪ ਜੀ ਉਹ ਗੁਣਾਂ ਦੇ ਖਜ਼ਾਨੇ ਹੋ ਜਿਨ੍ਹਾਂ ਗੁਣਾਂ ਦੇ ਵਿੱਚ ਪ੍ਰਵੇਸ਼ ਕੀਤਿਆਂ ਮਨੁੱਖ ਦੇ ਅੰਦਰ, ਆਪ ਜੀ ਦੇ ਦਾਸਾਂ ਸੇਵਕਾਂ ਸਿੱਖਾਂ ਦੇ ਅੰਦਰ ਗੰਭੀਰਤਾ ਹੀ ਆ ਜਾਂਦੀ ਏ। ਤੇ ਗੰਭੀਰ ਜਿਹੜਾ ਹੁੰਦਾ ਏ ਉਹ ਫਿਰ ਉਤਾਵਲਾ ਨਹੀਂ ਹੁੰਦਾ, ਕਾਹਲੇਪਣ ਦੇ ਵਿੱਚ ਨਹੀਂ ਜਾਂਦਾ, ਛੇਤੀ ਉਹ ਵਿਚਲਿਤ ਨਹੀਂ ਹੁੰਦਾ, ਘਬਰਾਹਟ ਦੇ ਵਿੱਚ ਨਹੀਂ ਆਉਂਦਾ। ਇਹ ਗੰਭੀਰ ਮਨੁੱਖ ਜਿਹੜਾ ਉਹਦੀ ਨਿਸ਼ਾਨੀ ਹੈ। ਜਿਵੇਂ ਸਾਨੂੰ ਕੋਈ ਮਾੜਾ ਜਾਂ ਮਾੜਾ ਚੰਗਾ ਬੋਲ ਦੇਵੇ ਨਾ ਤੇ ਅਸੀਂ ਬੜੀ ਛੇਤੀ ਕਾਹਲੇ ਪੈ ਜਾਂਦੇ ਹਾਂ ਵੀ ਇਹਨੇ ਆ ਗੱਲ ਆਖੀ ਤੇ ਆਖੀ ਕਿਵੇਂ। ਜਿਹੜੇ ਮਨੁੱਖ ਦੇ ਅੰਦਰ ਗੰਭੀਰਤਾ ਹੀ ਆ ਗਈ ਹੈ, ਜਿਹੜਾ ਗੰਭੀਰ ਹੋ ਗਿਆ, ਉਹ ਇਸ ਤਰ੍ਹਾਂ ਨਹੀਂ ਕਰੇਗਾ, ਉਹ ਇਸ ਤਰ੍ਹਾਂ ਨਹੀਂ ਕਰੇਗਾ। ਮਾੜੀ ਜੀ ਆਪਣੀ ਨਿੰਦਿਆ ਸੁਣ ਕੇ ਜਾਂ ਕੋਈ ਹੋਰ ਬੁਰਾਈ ਸੁਣ ਕੇ ਇੱਕੇ ਵਾਰੀ ਬੜੇ ਲਾਲ ਪੀਲੇ ਹੋ ਜਾਣਾ, ਇਹ ਗੰਭੀਰਤਾ ਹੀ ਨਹੀਂ ਹੈਗੀ, ਇਹ ਅਜੇ ਗੰਭੀਰ ਨਹੀਂ ਹੋਇਆ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕਰ ਦਿੱਤੀ ਸੀ, ਅੱਜ ਦਾ ਪਾਵਨ ਪਵਿੱਤਰ ਸ਼ਬਦ ਜੋ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਇਹਦੇ ਵਿੱਚ ਗੁਰੂ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕੀਤਾ ਹੈ, ਉਸ ਦੀਆਂ ਵਡਿਆਈਆਂ ਕੀਤੀਆਂ ਨੇ। ਤੇ ਇਹ ਕੀਤੀਆਂ ਕਾਹਦੇ ਵਾਸਤੇ ਨੇ? ਇਸ ਵਾਸਤੇ ਕਿ ਸਾਡੀ ਜਿਹੜੀ ਸੁਰਤ ਹੈ ਨਾ ਉਹ ਰੁਕੇ ਨਾ। ਸੁਰਤ ਜੇ ਉਸ ਪ੍ਰਭੂ ਪਰਮਾਤਮਾ ਦੇ ਮਾਰਗ ਤੇ ਤੁਰ ਪਵੇ ਤੇ ਫਿਰ ਇਹ ਸੁਰਤ ਜਿਵੇਂ ਜਿਵੇਂ ਉਸ ਪਰਮਾਤਮਾ ਦੇ ਮਾਰਗ ਤੇ ਅੱਗੇ ਵਧੇਗੀ, ਉਵੇਂ ਉਵੇਂ ਮਨੁੱਖ ਜਿਹੜਾ ਇਹ ਗੰਭੀਰਤਾ ਹੀ ਵਾਲਾ ਹੋ ਜਾਏਗਾ। ਇਹਦੇ ਅੰਦਰ ਸਹਿਣਸ਼ੀਲਤਾ ਹੀ ਆ ਜਾਂਦੀ ਏ, ਇਹ ਸਹਿਣਸ਼ੀਲ ਹੋ ਜਾਂਦਾ ਹੈ, ਇਹ ਹਰ ਇੱਕ ਗੱਲ ਨੂੰ ਸਹਾਰਨ ਦੇ ਸਮਰੱਥ ਹੋ ਜਾਂਦਾ ਹੈ, ਭਾਵੇਂ ਉਹ ਦੁੱਖ ਵਾਲੀ ਹੋਵੇ ਤੇ ਭਾਵੇਂ ਸੁੱਖ ਵਾਲੀ ਹੋਵੇ। ਕਈ ਵਾਰੀ ਵੇਖਿਆ ਬੜੀ ਵੱਡੀ ਖੁਸ਼ੀ ਮਿਲ ਜਾਵੇ ਨਾ ਤੇ ਉਸ ਖੁਸ਼ੀ ਦੇ ਨਾਲ ਵੀ ਕਈਆਂ ਦਾ ਹਾਰਟ ਅਟੈਕ ਹੋ ਜਾਂਦਾ, ਮਰ ਜਾਂਦੇ ਨੇ। ਕਿਉਂ? ਕਿਉਂਕਿ ਖੁਸ਼ੀ ਸਹਾਰੀ ਨਹੀਂ ਗਈ। ਤੇ ਇਸੇ ਤਰ੍ਹਾਂ ਕਈਆਂ ਨੂੰ ਦੁੱਖ ਹੋ ਜਾਂਦਾ ਤੇ ਉਹ ਦੁੱਖ ਦੇ ਨਾਲ ਹੀ ਫਿਰ ਜਾਂ ਤਾਂ ਮਰ ਜਾਂਦੇ ਨੇ ਤੇ ਜਾਂ ਫਿਰ ਕਈ ਪਾਗਲ ਕਮਲੇ ਵੀ ਹੋ ਜਾਂਦੇ ਨੇ। ਕਿਉਂ? ਉਹ ਦੁੱਖ ਨਹੀਂ ਸਹਾਰਿਆ ਗਿਆ। ਸੋ ਗੁਰੂ ਜੀ ਨੇ ਇੱਥੇ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕੀਤੀ। ਤੁਮ ਗੌਹਰ, हे ਪਰਮਾਤਮਾ ਤੁਸੀਂ ਗਿਆਨ ਦੇ ਭੰਡਾਰ ਹੋ, ਗਿਆਨ ਦੇ ਖਜ਼ਾਨੇ ਹੋ, ਗੁਣਾਂ ਦੇ ਖਜ਼ਾਨੇ ਹੋ। ਅਤ ਗਹਿਰ ਗੰਭੀਰਾ। ਤੇ ਗੁਣਾਂ ਦੇ ਖਜ਼ਾਨੇ ਕਿਸ ਤਰ੍ਹਾਂ ਦੇ ਹੋ? ਅਤ ਕਰਕੇ ਜਿਹੜਾ ਵੀ ਗੁਰਮੁਖ ਪਿਆਰਾ ਆਪ ਜੀ ਦੇ ਗੁਣਾਂ ਦੇ ਖਜ਼ਾਨੇ ਦੇ ਵਿੱਚ ਜਿਵੇਂ ਜਿਵੇਂ ਪ੍ਰਵੇਸ਼ ਕਰਨ ਲੱਗ ਜਾਂਦਾ, ਉਵੇਂ ਉਵੇਂ ਅੰਦਰ ਉਹ ਗੰਭੀਰ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਅੰਦਰ ਸਹਿਣਸ਼ੀਲਤਾ ਵੱਧ ਜਾਂਦੀ ਹੈ, ਉਹ ਫਿਰ ਵਿਚਲਿਤ ਨਹੀਂ ਹੁੰਦਾ। ਤੁਮ ਫਿਰ ਹਮ ਬਹੁਰੀਆ ਰਾਮ, ਤੂੰ ਸਾਡਾ ਪਤੀ ਹੈ। ਤੇ ਬਹੁ ਦਾ ਅਰਥ ਹੁੰਦਾ ਵਹੁਟੀ ਕਹਿ ਦਿੰਦੇ ਕਈਆਂ ਬੋਲੀਆਂ ਦੇ ਵਿੱਚ। हे ਮੇਰੇ ਪਰਮਾਤਮਾ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਸਿੱਖ ਹਾਂ, ਇਹਦਾ ਅਰਥ ਇਹ ਕਰਨਾ ਹੈ। ਤੁਮ ਫਿਰ ਤੂੰ ਮੇਰਾ ਮਾਲਕ ਹੈ, ਪਤੀ ਹੈ, ਹਮ ਬਹੁਰੀਆ ਰਾਮ ਤੇ ਅਸੀਂ ਤੇਰੇ ਸਿੱਖ ਸੇਵਕ ਹਾਂ ਜੀ। ਤੁਮ ਬੜੇ ਬੜੇ ਬੜ ਉੱਚੇ, ਹਾਂ ਇਤਨਕ ਲਹੌਰੀਆ ਰਾਮ। ਇਹ ਮੇਰੇ ਪ੍ਰਭੂ ਪਰਮਾਤਮਾ ਤੁਮ ਵੱਡੇ ਵੱਡੇ ਵੱਡ ਉੱਚੇ, ਤੁਸੀਂ ਵੱਡਿਆਂ ਤੋਂ ਵੱਡੇ ਹੋ। ਵੱਡੇ ਵੱਡੇ ਦਾ ਅਰਥ ਹੈ ਵੱਡਿਆਂ ਤੋਂ ਵੱਡੇ। ਤੁਮ ਵੱਡੇ ਵੱਡੇ ਵੱਡ ਉੱਚੇ, हे ਮੇਰੇ ਪਰਮਾਤਮਾ, हे ਮੇਰੇ ਵਾਹਿਗੁਰੂ ਜੀ ਤੁਸੀਂ ਵੱਡਿਆਂ ਤੋਂ ਵੱਡੇ ਹੋ ਤੇ ਵੱਡੇ ਉਹਨਾਂ ਤੋਂ ਵੀ ਉੱਚੇ ਹੋ। ਇਤਨੀ ਕਲਹੌਰੀਆ ਦਾ ਅਰਥ ਹੈ ਛੋਟੇ, ਅਸੀਂ ਬਿਲਕੁਲ ਛੋਟੇ ਜਿਹੇ ਹਾਂ ਜੀ। ਹਾਂ ਕਿਛ ਨਾਹੀ ਏਕੋ ਤੂੰ ਹੈ, ਆਪੇ ਆਪ ਸੁਜਾਨਾ। हे ਮੇਰੇ ਪਰਮਾਤਮਾ ਮੈਂ ਕੁਝ ਵੀ ਨਹੀਂ। ਹੋ ਕਿਛ ਨਹੀਂ, ਮੈਂ ਕੁਝ ਵੀ ਨਹੀਂ। ਹੋ ਦਾ ਅਰਥ ਮੈਂ ਹੈ, ਹੋ ਕਿਛ ਨਹੀਂ। हे ਮੇਰੇ ਵਾਹਿਗੁਰੂ ਮੈਂ ਕੁਝ ਵੀ ਨਹੀਂ। ਏਕੋ ਤੂੰ ਹੈ, ਬਸ ਇੱਕ ਤੂੰ ਹੀ ਹੈ। ਆਪੇ ਆਪ ਸੁਜਾਨਾ, ਆਪ ਹੀ ਤੂੰ ਸਿਆਣਾ ਹੈ। ਸੁਜਾਨਾ ਕਹਿੰਦੇ ਨੇ ਸ੍ਰੇਸ਼ਟ ਜਨ, ਸ੍ਰੇਸ਼ਟ ਬੁੱਧੀ ਵਾਲਾ, ਸਭ ਤੋਂ ਸਿਆਣਾ। ਆਪੇ ਆਪ ਸੁਜਾਨਾ, ਤੂੰ ਸਾਰਿਆਂ ਤੋਂ ਆਪ ਹੀ ਆਪਣੇ ਆਪ ਸਿਆਣਾ ਹੈ ਜੀ। ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ,
ਸਰਬ ਰੰਗ ਰਸ ਮਾਨਾ। ਆਪ ਜੀ ਦੀ ਜਿਹੜੀ ਦ੍ਰਿਸ਼ਟ ਹੈ ਉਹ ਅੰਮ੍ਰਿਤਮਈ ਹੈ। ਆਪ ਜੀ ਦੀ ਰਹਿਮਤ ਹੈ ਜਿਹੜੀ, ਆਪ ਜੀ ਦੀ ਜਿਹੜੀ ਕਿਰਪਾ ਹੈ ਨਾ, ਉਹ ਅੰਮ੍ਰਿਤ ਵਰਸਾਰੀ ਹੈ। ਅਸੀਂ ਕਈ ਵਾਰੀ ਵੇਖਦੇ ਹਾਂ ਸਾਡੇ ਜਿਹੜੇ ਇੰਦਰੀ ਨੇ ਨਾ, ਇਹਨਾਂ ਦੀਆਂ ਵੀ ਬੜੀਆਂ ਕਿਰਿਆਵਾਂ ਨੇ। ਜ਼ਬਾਨ ਦੇ ਵਿੱਚੋਂ ਬੋਲਿਆ ਗਿਆ ਸ਼ਬਦ ਜਿਹੜਾ, ਇਹ ਕਈ ਵਾਰੀ ਸਾਡੇ ਹਿਰਦੇ ਨੂੰ ਇਤਨਾ ਜ਼ਖਮੀ ਕਰ ਜਾਂਦਾ ਹੈ ਕਿ ਬਾਹਰ ਦਾ ਫੱਟ ਤਾਂ ਮਿਲ ਜਾਂਦਾ ਹੈ, ਪਰ ਹਿਰਦੇ ਦਾ ਫੱਟ ਜਿਹੜਾ ਨਾ ਉਹ ਨਹੀਂ ਮਿਲਦਾ। ਸਾਡੀ ਜ਼ਬਾਨ ਇੱਕ ਇੰਦਰਾ ਹੈ। ਇਸ ਇੰਦਰੇ ਦੁਆਰਾ ਬੋਲਿਆ ਗਿਆ ਸਾਡੇ ਦੁਆਰਾ ਸ਼ਬਦ ਹੈ ਜਿਹੜਾ, ਉਹ ਬੜਾ ਜ਼ਖਮੀ ਕਰ ਦਿੰਦਾ ਹੈ, ਬੜਾ ਘਾਇਲ ਕਰ ਦਿੰਦਾ ਹੈ। ਇਤਨਾ ਜ਼ਖਮੀ ਕਰਦਾ ਹੈ ਕਿ ਉਹ ਜ਼ਖਮ ਹੈ ਜਿਹੜਾ ਜ਼ਬਾਨ ਦੁਆਰਾ ਕੀਤਾ ਉਹ ਕਦੇ ਮਿਲਦਾ ਹੀ ਨਹੀਂ। ਇਸ ਦੇ ਉੱਤੇ ਦਾਸ ਇੱਕ ਨਿੱਕਾ ਜਿਹਾ ਨੁਕਤਾ ਦੱਸਦਾ ਹੁੰਦਾ ਹੈ। ਇੱਕ ਕੋਈ ਲੱਕੜਹਾਰਾ ਸੀ, ਬੜਾ ਗਰੀਬ ਸੀ। ਉਹ ਜੰਗਲ ਦੇ ਵਿੱਚ ਲੱਕੜਾਂ ਵੱਢ ਕੇ ਲੈ ਕੇ ਆਉਂਦਾ ਹੈ। ਹਰ ਰੋਜ਼ ਲੱਕੜਾਂ ਵੱਢ ਕੇ ਲੈ ਕੇ ਆਉਂਦਾ ਹੈ ਤੇ ਹੌਲੀ ਹੌਲੀ ਉੱਥੇ ਰਹਿਣ ਵਾਲੇ ਸ਼ੇਰ ਦੇ ਨਾਲ ਇਹਦਾ ਪ੍ਰੇਮ ਬਣ ਜਾਂਦਾ, ਪ੍ਰੀਤ ਬਣ ਜਾਂਦੀ ਹੈ। ਜਦੋਂ ਸ਼ੇਰ ਦੇ ਨਾਲ ਪ੍ਰੇਮ ਬਣ ਗਿਆ, ਹੁਣ ਇੱਕ ਲੱਕੜਹਾਰਾ ਹੈ ਤੇ ਉਹ ਸ਼ੇਰ ਹੈ, ਆਪਸੀ ਇਹਨਾਂ ਦਾ ਜਿਹੜਾ ਨਾ ਉਹ ਮੇਲ ਮਿਲਾਪ ਹੋ ਗਿਆ। ਇਹ ਸ਼ੇਰ ਨੇ ਆਖਿਆ ਇੱਕ ਦਿਨ ਮੈਨੂੰ ਆਪਣਾ ਘਰ ਹੀ ਵਿਖਾ ਲਿਆ, ਮੈਂ ਤੇਰਾ ਘਰ ਵੇਖ ਕੇ ਆਉਣਾ ਹੈ। ਇਸ ਨੇ ਆਖਿਆ ਵੀ ਜੇ ਆਪਾਂ ਦਿਨੇ ਗਏ ਨਾ ਤੇ ਫਿਰ ਭਾਈ ਲੋਕੀ ਤੇਰੇ ਤੋਂ ਡਰ ਜਾਣਗੇ ਤੇ ਤੇਰੇ ਨਾਲ ਹੋ ਸਕਦਾ ਮੇਰਾ ਵੀ ਨੁਕਸਾਨ ਕਰ ਦੇਣ, ਕਿਉਂਕਿ ਮਨੁੱਖ ਜਦੋਂ ਡਰਦਾ ਹੈ ਨਾ, ਉਹ ਡਰਦਾ ਮਾਰਾ ਦੂਜੇ ਦਾ ਨੁਕਸਾਨ ਕਰਦਾ ਹੈ। ਅਸੀਂ ਕਿਤੇ ਵੀ ਸੱਪ ਨੂੰ ਵੇਖ ਲਈਏ, ਉਹ ਭਾਵੇਂ ਸਾਡੇ ਤੋਂ ਡਰ ਕੇ ਭੱਜਿਆ ਜਾਵੇ ਨਾ, ਅਸੀਂ ਫਿਰ ਵੀ ਉਹਦੇ ਮਗਰ ਭੱਜ ਕੇ ਉਹਨੂੰ ਮਾਰਦੇ ਹਾਂ, ਕਿਉਂਕਿ ਅਸੀਂ ਉਹਦੇ ਤੋਂ ਡਰੇ ਹੋਏ ਹਾਂ ਵੀ ਜੇ ਇਹਨੇ ਡੰਗ ਮਾਰਿਆ ਤੇ ਅਸੀਂ ਮਰ ਜਾਣਾ ਹੈ। ਇਹ ਸੱਪ ਦਾ ਸਾਡੇ ਅੰਦਰ ਡਰ ਬਣਿਆ ਹੋਇਆ ਹੈ, ਭਾਵੇਂ ਉਹਦੇ 'ਚ ਜ਼ਹਿਰ ਹੈਗੀ ਏ ਜਾਂ ਨਹੀਂ ਹੈਗੀ। ਸਾਰੇ ਸੱਪਾਂ ਦੇ ਵਿੱਚ ਜ਼ਹਿਰ ਨਹੀਂ ਹੁੰਦੀ, ਕੁਝ ਇੱਕ ਸੱਪ ਨੇ ਜਿਨ੍ਹਾਂ ਵਿੱਚ ਜ਼ਹਿਰ ਹੁੰਦੀ ਹੈ। ਹੁਣ ਇਹ ਸੱਪ ਦਾ ਡਰ ਹੈ ਜਿਹੜਾ, ਇਹ ਸੱਪ ਨੂੰ ਮਰਵਾ ਰਿਹਾ ਹੈ। ਇਸੇ ਤਰ੍ਹਾਂ ਇਹ ਫਿਰ ਰਾਤ ਨੂੰ ਆਏ ਨੇ, ਹਨੇਰਾ ਕਰਕੇ ਆਏ ਨੇ ਤੇ ਇਹਨੇ ਗੁਰਮੁਖ ਪਿਆਰੇ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਏ। ਉਹਨੇ ਕੁੰਡਾ ਖੋਲ੍ਹ ਦਿੱਤਾ। ਪੁੱਛਦੀ ਵੀ ਅੱਜ ਤੁਸੀਂ ਹਨੇਰੇ ਕਿਉਂ ਆਏ ਹੋ? ਤੇ ਅੱਗੋਂ ਕਹਿੰਦਾ ਹੈ ਮੇਰਾ ਸਾਥੀ ਇੱਕ ਸ਼ੇਰ ਇਹਨੂੰ ਲੈ ਕੇ ਆਉਣਾ ਸੀ, ਤਾਂ ਕਰਕੇ ਮੈਂ ਹਨੇਰਾ ਕਰਕੇ ਆਇਆ। ਤੇ ਉਹਨੇ ਅੱਗੋਂ ਜਵਾਬ ਦਿੱਤਾ, ਕਹਿੰਦੀ ਜੀ ਤੁਹਾਡੀ ਉਹੀ ਆਦਤ ਰਹਿ ਗਈ, ਜਿਤਨੇ ਵੀ ਕੁੱਤੇ ਬਿੱਲੇ ਨੇ ਉਹ ਤੁਹਾਡੇ ਬੇਲੀ ਨੇ। ਹੁਣ ਸ਼ੇਰ ਕੋ ਕੁੱਤਿਆਂ ਬਿੱਲਿਆਂ 'ਚ ਥੋੜ੍ਹੀ ਆਉਂਦਾ ਹੈ, ਇਹ ਤਾਂ ਜੰਗਲ ਦਾ ਰਾਜਾ ਹੈ ਤੇ ਉਹਨੂੰ ਕੁੱਤਾ ਬਿੱਲਾ ਆਖਰੀ ਹੈ। ਤੇ ਸ਼ੇਰ ਸੀ ਜਿਹੜਾ ਚੁੱਪ ਕਰ ਗਿਆ। ਤੇ ਫਿਰ ਇਹ ਲੱਕੜਹਾਰੇ ਨੂੰ ਕਹਿੰਦਾ ਇਸ ਤਰ੍ਹਾਂ ਕਰ, ਤੂੰ ਕੁਹਾੜੀ ਚੱਕ ਤੇ ਮੇਰੇ ਸਿਰ 'ਚ ਮਾਰ, ਜਿਹਦੇ ਨਾਲ ਤੂੰ ਲੱਕੜਾਂ ਵੱਢਦਾ ਹੈ। ਇਹ ਹੁਣ ਡਰਦਾ ਵੀ ਸ਼ੇਰ ਇਹ ਸਾਨੂੰ ਦੋਵਾਂ ਨੂੰ ਵੀ ਖਾ ਸਕਦਾ ਹੈ। ਉਹ ਕਹਿੰਦਾ ਤੂੰ ਡਰ ਨਾ, ਜਿਵੇਂ ਮੈਂ ਕਿਹਾ ਜੇ ਤੂੰ ਉਵੇਂ ਕਰ ਦੇਵੇਂਗਾ ਤੇ ਠੀਕ ਹੈ, ਜੇ ਉਵੇਂ ਨਾ ਕੀਤਾ ਨਾ ਫਿਰ ਮੈਂ ਤੇਰਾ ਨੁਕਸਾਨ ਕਰਾਂਗਾ। ਇਹਨੇ ਉਹਨੂੰ ਡਰਦੇ ਮਾਰੇ ਨੇ ਕੁਹਾੜੀ ਚੱਕ ਕੇ ਸ਼ੇਰ ਦੇ ਸਿਰ ਦੇ ਵਿੱਚ ਮਾਰੀ, ਉਹਦੇ ਜ਼ਖਮ ਹੋ ਗਿਆ ਤੇ ਸ਼ੇਰ ਚਲਾ ਗਿਆ। ਇਹ ਹੁਣ ਡਰਦਾ ਮਾਰਾ ਕਈ ਦਿਨ ਲੱਕੜਾਂ ਲੈਣ ਨਹੀਂ ਗਿਆ ਜੰਗਲ ਦੇ ਵਿੱਚ, ਵੀ ਸ਼ੇਰ ਉੱਥੇ ਉਹਦੇ ਮੈਂ ਕੁਹਾੜੀ ਮਾਰੀਏ ਤੇ ਉਹਨੇ ਮੈਨੂੰ ਖਾ ਜਾਣਾ। ਹੁਣ ਭੁੱਖ ਮਰਦਾ, ਫਿਰ ਮੌਤ ਦੇ ਵੀ ਮਨੁੱਖ ਨੇੜੇ ਹੋ ਜਾਂਦਾ ਹੈ। ਗਿਆ ਹੈ ਤੇ ਉਤਨੇ ਨੂੰ ਜਿਹੜਾ ਸ਼ੇਰ ਸੀ ਉਹਦਾ ਜ਼ਖਮ ਮਿਲ ਗਿਆ। ਸ਼ੇਰ ਉੱਥੇ ਫਿਰ ਆ ਗਿਆ, ਕਹਿੰਦਾ ਤੂੰ ਮੇਰਾ ਸੱਜਣ ਹੈ ਤੇ ਇਤਨੇ ਦਿਨ ਆਇਆ ਕਿਉਂ ਨਹੀਂ, ਤੇਰਾ ਗੁਜ਼ਾਰਾ ਕਿਵੇਂ ਚੱਲਿਆ? ਕਹਿੰਦਾ ਜੀ ਮੈਂ ਤਾਂ ਤੁਹਾਡੇ ਤੋਂ ਡਰਦਾ ਹੀ ਨਹੀਂ ਆਇਆ, ਵੀ ਆਹ ਗਲਤ ਜਿਹਾ ਕੰਮ ਹੋ ਗਿਆ ਇਸ ਕਰਕੇ। ਕਹਿੰਦਾ ਵੇਖ ਕੇ ਜ਼ਖਮ ਮਿਲ ਗਿਆ ਕਿ ਹੈਗਾ? ਕਹਿੰਦਾ ਜੀ ਜ਼ਖਮ ਮਿਲ ਗਿਆ, ਬਸ ਵਾਲ ਜੇ ਆਉਣ ਵਾਲੇ ਨੇ, ਫਿਰ ਇਹ ਦਿਸਣਾ ਵੀ ਨਹੀਂ। ਕਹਿੰਦਾ ਬਸ ਤੈਨੂੰ ਇਹੀ ਗੱਲ ਸਮਝਾਣੀ ਸੀ, ਆ ਵੇਖ ਲਾ ਕੁਹਾੜੀ ਦਾ ਜ਼ਖਮ ਮਿਲ ਵੀ ਗਿਆ ਈ ਤੇ ਇਹਦੇ ਵਾਲ ਵੀ ਆ ਗਏ ਨੇ, ਪਰ ਤੇਰੀ ਘਰ ਦੀ ਦੇ ਜਿਹੜੇ ਬੋਲ ਨੇ ਨਾ, ਜਿਹਨੇ ਮੈਨੂੰ ਕੁੱਤਾ ਬਿੱਲਾ ਆਖਿਆ, ਉਹ ਮੇਰੇ ਦਿਲ ਤੇ ਇਸ ਤਰ੍ਹਾਂ ਦਾ ਜ਼ਖਮ ਹੋ ਗਿਆ, ਉਹ ਨਹੀਂ ਮਿਲੇਗਾ। ਇਸੇ ਤਰ੍ਹਾਂ ਸਾਡੇ ਇੰਦਰੇ ਨੇ, ਸਾਡੇ ਇੰਦਰੇ ਜਦੋਂ ਕੁਝ ਆਪਣੀ ਕਿਰਿਆ ਕਰਦੇ ਨੇ ਨਾ, ਇਹ ਜ਼ਖਮੀ ਵੀ ਕਰ ਜਾਂਦੇ ਨੇ ਤੇ ਇਹ ਕਈ ਵਾਰੀ ਕਿਰਪਾ ਵੀ ਕਰ ਜਾਂਦੇ ਨੇ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ ਅੰਮ੍ਰਿਤ ਦ੍ਰਿਸ਼ਟ। ਹੁਣ ਸਾਡੀਆਂ ਨਿਗਾਹਾਂ ਨੇ ਨਾ ਜਿਹੜੀਆਂ, ਇਹਨਾਂ ਵਿੱਚੋਂ ਅੰਮ੍ਰਿਤ ਨਹੀਂ ਵਹਿ ਰਿਹਾ। ਇਹਨਾਂ ਵਿੱਚੋਂ ਕੀ ਵਹਿ ਰਿਹਾ? ਇਹਨਾਂ ਵਿੱਚੋਂ ਵਿਕਾਰ, ਇਹਨਾਂ ਵਿੱਚੋਂ ਕ੍ਰੋਧ, ਇਹਨਾਂ ਵਿੱਚੋਂ ਲੋਭ ਇਹ ਚੱਲ ਰਿਹਾ ਹੈ। ਅੱਖਾਂ ਨੇ ਜਿਹੜੀਆਂ, ਇਹ ਜਦੋਂ ਲੋਭੀ ਹੋ ਕੇ ਕਿਸੇ ਪਦਾਰਥ ਵੱਲ ਵੇਖਦੀਆਂ ਨੇ ਨਾ, ਤੇ ਫਿਰ ਇਹਨਾਂ ਵਿੱਚੋਂ ਲੋਭ ਦੀ ਵਰਸ਼ਾ ਹੋ ਰਹੀ ਹੈ। ਅੱਖਾਂ ਨੇ ਜਿਹੜੀਆਂ, ਇਹਨਾਂ 'ਚੋਂ ਜਦੋਂ ਕ੍ਰੋਧ ਹੁੰਦਾ ਲਾਲ ਹੋ ਜਾਂਦੀਆਂ, ਤੇ ਫਿਰ ਜਿੰਦੇ ਵਾਲੇ ਅੱਖਾਂ ਵੇਖਦੀਆਂ ਨੇ ਨਾ, ਉਹਦੇ ਤੋਂ ਇਹ ਅੱਖਾਂ ਦੇ ਵੱਲ ਵੇਖਿਆ ਹੀ ਨਹੀਂ ਜਾਂਦਾ।
ਜਿਹੜਾ ਕ੍ਰੋਧਮਾਨ ਗੁੱਸੇ ਵਾਲਾ ਮਨੁੱਖ ਜਦੋਂ ਗੁੱਸੇ ਦੇ ਨਾਲ ਲਾਲ ਅੱਖਾਂ ਕਰਕੇ ਵੇਖਦਾ ਨਾ, ਫਿਰ ਮਾੜੇ ਧੀਰੇ ਤੇ ਉਹਦੇ ਮੂੰਹ ਵੱਲ ਨਹੀਂ ਵੇਖਿਆ ਜਾਂਦਾ। ਇਤਨਾ ਇਹ ਆਪਣਾ ਪ੍ਰਭਾਵ ਪਾਉਂਦੀਆਂ ਨੇ। ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਹੈ ਮੇਰੇ ਪਰਮਾਤਮਾ, ਤੇਰੀ ਜਿਹੜੀ ਦਇਆ ਦ੍ਰਿਸ਼ਟੀ ਉਹਦੇ ਚੋਂ ਅੰਮ੍ਰਿਤ ਵਹਿ ਰਿਹਾ ਹੈ, ਤੇ ਇਸ ਅੰਮ੍ਰਿਤ ਦੇ ਵਿੱਚ ਨਿਮਕ ਪ੍ਰਭ ਜੀਵਾ ਹੈ ਮੇਰੇ ਪਰਮਾਤਮਾ, ਤੂੰ ਕਿਰਪਾ ਕਰ ਇਸ ਦਇਆ ਦ੍ਰਿਸ਼ਟੀ ਵਾਲੀ ਮੀਂਹ ਦੇ ਵਿੱਚ, ਵਰਸ਼ਾ ਦੇ ਵਿੱਚ ਨਾ, ਇਸ ਕਿਰਪਾ ਦੇ ਵਿੱਚ ਮੈਨੂੰ ਥੋੜਾ ਜਿਹਾ ਵੀ ਜੇ ਕਿਤੇ ਜੀਵਨ ਮਿਲ ਜੇ ਨਾ, ਸਭ ਰੰਗ ਰਸ ਮਾਨਾ ਤੇ ਮੈਨੂੰ ਸਾਰੇ ਪ੍ਰਕਾਰ ਦੇ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਣਗੇ। ਹੁਣ ਵੇਖੋ ਉਸ ਪ੍ਰਭੂ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਦੇ ਵਿੱਚ ਸਾਰੇ ਸੰਸਾਰ ਦੇ ਸੁੱਖ ਜਿਹੜੇ ਨੇ ਉਹ ਸਮਾ ਜਾਂਦੇ ਨੇ। ਭਾਵ ਉਹਦੀ ਦਇਆ ਦ੍ਰਿਸ਼ਟੀ ਦਾ ਇਤਨਾ ਵੱਡਾ, ਇਤਨਾ ਮਹਾਨ ਸੁੱਖ ਹੈ ਜਿੰਦੇ ਵਿੱਚ ਸਾਰੇ ਰਸ ਆ ਜਾਂਦੇ ਨੇ, ਸਾਰੇ ਆਨੰਦ ਆ ਜਾਂਦੇ ਨੇ। ਤੇ ਹੇ ਮੇਰੇ ਪਰਮਾਤਮਾ ਤੂੰ ਮੇਰੇ ਤੇ ਕਿਰਪਾ ਕਰ, ਥੋੜਾ ਸਮਾਂ ਮੇਰੇ ਤੇ ਦਇਆ ਦ੍ਰਿਸ਼ਟੀ ਕਰਨੀ ਕਰ। ਚਰਨ ਹੈ ਸ਼ਰਨੀ ਦਾਸ ਹੈ ਦਾਸੀ, ਮਨ ਮੌਲੇ ਤਨ ਹਰੀਆ। ਚਰਨ ਹੈ ਸ਼ਰਨੀ, ਹੈ ਮੇਰੇ ਪਰਮਾਤਮਾ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਅਸੀਂ ਰਹੀਏ। ਦਾਸ ਹੈ ਦਾਸੀ, ਤੇ ਜਿਹੜੇ ਤੇਰੇ ਦਾਸ ਨੇ ਉਹਨਾਂ ਦੇ ਅਸੀਂ ਦਾਸ ਬਣ ਕੇ ਰਹੀਏ। ਮਨ ਮੌਲੇ, ਸਾਡਾ ਮਨ ਜਿਹੜਾ ਉਹ ਤੇਰੇ ਪ੍ਰੇਮ ਦੇ ਵਿੱਚ ਮੌਲਿਆ ਜਾਵੇ। ਤਨ ਹਰੀਆ, ਤੇ ਜਦੋਂ ਮਨ ਜਿਹੜਾ ਇਹ ਮੌਲਿਆ ਜਾਵੇਗਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਫਿਰ ਇਹ ਤਨ ਇਹਨਾਂ ਜਿਹੜਾ ਹਰੀਆ ਤੋਂ ਭਾਵ ਇਹ ਹਰਾ ਹੋ ਜਾਵੇਗਾ। ਹੁਣ ਹਰੇ ਤੇ ਸੁੱਕੇ ਦੇ ਵਿੱਚ ਕੀ ਫਰਕ ਹੈ? ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ, ਸੁੱਕੇ ਕਾਸ਼ਟ ਹਰਿਆ। ਬਈ ਸੁੱਕੀ ਲੱਕੜ ਜਿਹੜੀ ਇਹ ਹਰੀ ਕਿਵੇਂ ਹੋ ਜਾਂਦੀ? ਤੇ ਗੁਰੂ ਜੀ ਨੇ ਇੱਥੇ ਸਾਨੂੰ ਕਿਹੜੇ ਸਿਧਾਂਤ ਦੇ ਨਾਲ ਸਮਝਾਣਾ ਕੀਤਾ? ਗੁਰੂ ਜੀ ਕਹਿੰਦੇ ਨੇ ਜਦੋਂ ਸੁੱਕੀ ਲੱਕੜ ਹੁੰਦੀ ਹੈ ਨਾ, ਜੇ ਉਹ ਸੁੱਕੀ ਲੱਕੜ ਦੇ ਉੱਤੇ ਕਿਸੇ ਨੂੰ ਆਪਾਂ ਘੜੀਸੀਏ ਨਾ, ਜਾਂ ਉਹ ਸੁੱਕੀ ਲੱਕੜ ਕਿਸੇ ਦੇ ਪਿੰਡੇ ਤੇ ਆਪਾਂ ਘੜੀਸੀਏ, ਤੇ ਫਿਰ ਉਹ ਸੁੱਕੀ ਲੱਕੜ ਜਿਹੜੀ ਉਹਦੀਆਂ ਖੁੰਗੀਆਂ ਦੇ ਨਾਲ ਜ਼ਖਮ ਹੋ ਜਾਂਦਾ ਹੈ। ਆ ਕੋਈ ਲੱਕੜ ਲੈ ਲਓ, ਸੁੱਕੀ ਲੈ ਲਿਓ, ਕੋਈ ਟਾਹਣੀ ਲੈ ਲਿਓ ਸੁੱਕੀ ਕਿਸੇ ਰੁੱਖ ਦੀ, ਉਹਨੂੰ ਦੂਜੇ ਦੇ ਪਿੰਡੇ ਤੇ ਘਸਾਣਾ ਕਰਿਓ ਤੇ ਉਹਦੇ ਖੁੰਗੀਆਂ ਆਉਣਗੀਆਂ, ਉਹ ਛਿੱਲ ਕੇ ਰੱਖ ਦੇਗੀ। ਤੇ ਜਿਹੜੀ ਹਰੀ ਹੈ, ਹਰੇ ਕਰੂੰਬਲਾਂ ਨੇ ਜਿਹੜੀਆਂ, ਉਹ ਕਿਸੇ ਦੇ ਪਿੰਡੇ ਤੇ, ਕਿਸੇ ਦੇ ਚਿਹਰੇ ਤੇ, ਮੂੰਹ ਤੇ ਵੀ ਲਾਓ ਤੇ ਉਹਨੂੰ ਸਕੂਨ ਆਏਗਾ, ਕਿਉਂਕਿ ਉਹ ਕੂਲੀਆਂ ਨੇ। ਹੁਣ ਗੁਰੂ ਜੀ ਇੱਥੇ ਸਾਨੂੰ ਇਹ ਸਿਧਾਂਤ ਦੇ ਨਾਲ ਦੱਸਦੇ ਨੇ ਵੀ ਜਿਵੇਂ ਸੁੱਕੀ ਲੱਕੜ ਉਹ ਤਾਂ ਅਗਲੇ ਨੂੰ ਜ਼ਖਮੀ ਕਰ ਦਿੰਦੀ, ਪਿੰਡਾ ਛਿੱਲ ਕੇ ਰੱਖ ਦਿੰਦੀ ਏ, ਤੇ ਜਿਹੜੇ ਕੂਲੇ ਨੇ, ਹਰੇ ਨੇ, ਉਹ ਭਾਈ ਕਿਸੇ ਦਾ ਪਿੰਡਾ ਨਹੀਂ ਛਿੱਲਦੇ, ਸਮਾਂ ਉਹਨੂੰ ਸਕੂਨ ਦਿੰਦੇ ਨੇ। ਉਸੇ ਤਰ੍ਹਾਂ ਜਿਨ੍ਹਾਂ ਦਾ ਮਨ ਜਿਹੜਾ ਸੁੱਕੀ ਲੱਕੜ ਵਰਗਾ ਹੋਇਆ ਨਾ, ਉਹ ਮਨ ਦੇ ਵਿੱਚੋਂ ਨਿਕਲੀ ਹੋਈ ਗੱਲ ਏ ਜਿਹੜੀ ਦੂਸਰੇ ਦੇ ਮਨ ਨੂੰ, ਦਿਲ ਨੂੰ ਰੁੰਦਰ ਕੇ ਰੱਖ ਦੇਗੀ, ਛਿੱਲ ਕੇ ਰੱਖ ਦੇਵੇਗੀ। ਤੇ ਜਿੰਦਾ ਹਿਰਦਾ ਕੂਲਾ ਹੋ ਗਿਆ ਨਾ, ਉਹਦੇ ਕੂਲੇ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਗੱਲ ਏ ਉਹ ਦੂਸਰੇ ਦੇ ਹਿਰਦੇ ਨੂੰ ਵੀ ਕੂਲਾ ਕਰ ਦੇਗੀ, ਮੁਲਾਇਮ ਕਰ ਦੇਗੀ, ਨਰਮ ਕਰ ਦੇਗੀ। ਗੁਰੂ ਜੀ ਇਹ ਗੱਲ ਇੱਥੇ ਸਾਨੂੰ ਦੱਸ ਰਹੇ ਨੇ। ਚਰਨੇ ਸਰਨੀ ਦਾਸੈ ਦਾਸੀ, ਹੈ ਮੇਰੇ ਪਰਮਾਤਮਾ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ ਨੇ ਨਾ, ਉਹਨਾਂ ਦੀ ਅਸੀਂ ਸਰਨ ਦੇ ਵਿੱਚ ਆ ਜਾਈਏ। ਜਿਹੜੇ ਤੇਰੇ ਦਾਸ ਨੇ ਨਾ, ਉਹਨਾਂ ਦੇ ਅਸੀਂ ਦਾਸ ਬਣ ਕੇ ਰਹੀਏ। ਮਨ ਮੌਲੇ, ਸਾਡਾ ਮਨ ਹੈ ਨਾ ਜਿਹੜਾ ਇਸ ਤਰ੍ਹਾਂ ਤੇਰੇ ਪ੍ਰੇਮ ਦੇ ਵਿੱਚ ਮੌਲਿਆ ਜਾਵੇ, ਮਸਤ ਹੋ ਜਾਵੇ, ਮਗਨ ਹੋ ਜਾਵੇ, ਤੇ ਫਿਰ ਜਿਹੜਾ ਸਾਡਾ ਤਨ ਹੈ ਇਹ ਹਰਿਆ ਹੋ ਜਾਏਗਾ। ਭਾਵ ਸਾਡੇ ਜਿਹੜੇ ਇੰਦਰੀ ਨੇ, ਇਹਨਾਂ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ ਵੀ ਇਸ ਤਰ੍ਹਾਂ ਦੀ ਬੁਰਾਈ ਨਹੀਂ ਨਿਕਲੇਗੀ ਜੀ। ਨਾਨਕ ਠਾਕੁਰ ਸਰਬ ਸਮਾਣਾ, ਆਪਨ ਭਾਵਨ ਕਰੀਆ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਮੇਰਾ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਆਪਣੀ ਭਾਵਨਾ ਦੇ ਨਾਲ ਆਪਨ ਭਾਵਨ ਕਰੀਆ, ਆਪਣੀ ਮੌਜ ਦੇ ਵਿੱਚ, ਆਪਣੀ ਇੱਛਾ ਦੇ ਵਿੱਚ ਉਹਨੇ ਸਾਰਾ ਕੁਝ ਕੀਤਾ ਹੈ ਜੀ। ਤੁਝ ਉਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ। ਇਹ ਮੇਰੇ ਵਾਹਿਗੁਰੂ ਮੈਨੂੰ ਇੱਕ ਤੇਰੇ ਤੇ ਮਾਣ ਹੈ, ਤੇ ਤੂੰ ਹੀ ਮੇਰਾ ਜੋਰ ਹੈ। ਤਾਣ ਦਾ ਅਰਥ ਹੁੰਦਾ ਜੋਰ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਓਨਾ ਹੀ ਕੋਈ ਗਾ ਸਕਦਾ ਜਿੰਨੀ ਕੋ ਉਸ ਦੇ ਕੋਲ ਸਮਰੱਥ ਹੈ। ਆ ਵੇਖੋ ਆਪਾਂ ਵਿਚਾਰਾਂ ਕਰਦੇ ਨਾ, ਗੁਰਬਾਣੀ ਦੀਆਂ ਕਥਾ ਕਰਦੇ ਆ, ਤੇ ਗੁਰੂ ਨੇ ਜਿੰਨੀ ਕੋ ਵਿਦਿਆ ਦੀ ਤਾਕਤ ਬਖਸ਼ੀ ਹੈ ਉਤਨੇ ਕੋ ਆਪਾਂ ਅਰਥ ਕਰਦੇ, ਉਸ ਤੋਂ ਅੱਗੇ ਨਹੀਂ ਜਾਇਆ ਜਾਂਦਾ। ਤਾਂ ਹੀ ਤਾਂ ਹਰ ਇੱਕ ਵਿਦਵਾਨ ਜਿਹੜਾ ਕਥਾ ਵਾਚਕ ਉਹ ਇਹ ਕਹਿ ਦਿੰਦਾ ਬਈ ਮੈਂ ਜੋ ਅਰਥ ਕੀਤੇ ਨੇ ਨਾ, ਇਹ ਮੇਰੀ ਵਿਚਾਰ, ਮੇਰੇ ਅਰਥ ਨੇ। ਕੋਈ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਚੰਗਾ, ਜ਼ਿਆਦਾ ਵਿਦਵਾਨ ਹੋਵੇ ਤੇ ਹੋਰ ਅੱਗੇ ਡੰਗਾਈ ਦੇ ਵਿੱਚ ਆਪ ਨੂੰ ਸਮਝਾ ਸਕੇ। ਤੁਝ ਉੱਪਰ ਮੇਰਾ ਮਾਣਾ, ਮਾਣਾ ਦਾ ਅਰਥ ਹੁੰਦਾ ਮਾਣ।
ਕਿਸੇ ਦੇ ਉੱਤੇ ਮਾਣ ਕਰਨਾ। ਜਿਵੇਂ ਦ੍ਰੋਪਦੀ ਸੀ ਸਭਾ ਦੇ ਵਿੱਚ ਜਦੋਂ ਆਈ ਤੇ ਉਹਨੇ ਆਪਣੇ ਵੱਡ ਵਡੇਰਿਆਂ ਤੇ ਮਾਣ ਕੀਤਾ ਤੇ ਕ੍ਰਿਸ਼ਨ ਭਗਵਾਨ ਜੀ ਫਿਰ ਰੁਕ ਗਏ। ਫਿਰ ਦੂਜੀ ਵਾਰ ਉਹਨੇ ਦੰਦਾਂ ਦੇ ਵਿੱਚ ਸਾੜੀ ਲੈ ਲਈ, ਦੰਦਾਂ ਤੇ ਮਾਣ ਕੀਤਾ ਵੀ ਮੇਰੇ ਦੰਦ ਨੇ ਜਿਹੜੇ ਸਾੜੀ ਨੂੰ ਨਹੀਂ ਨਿਕਲ ਦੇਣਗੇ। ਕ੍ਰਿਸ਼ਨ ਭਗਵਾਨ ਜੀ ਆਉਂਦੇ ਹੁੰਦੇ ਫਿਰ ਰੁਕ ਗਏ ਤੇ ਫਿਰ ਅਖੀਰ ਜਦੋਂ ਸਾਰੇ ਪਾਸੋਂ ਆਪਣਾ ਮਾਣ ਤੋੜ ਕੇ ਨਿਮਾਣੀ ਹੋ ਕੇ ਕ੍ਰਿਸ਼ਨ ਭਗਵਾਨ ਦੇ ਚਰਨਾਂ ਨਾਲ ਜੁੜ ਗਈ ਤੇ ਫਿਰ ਉਹਨੇ ਰੱਖਿਆ ਕੀਤੀ ਸੀ। ਇਹਨੇ ਫਿਰ ਜਦੋਂ ਜਾ ਕੇ ਲਾਮਾ ਦਿੱਤਾ ਤੇ ਆਹੀ ਗੱਲ ਕ੍ਰਿਸ਼ਨ ਭਗਵਾਨ ਨੇ ਸਮਝਾਈ ਸੀ ਵੀ ਮੈਂ ਪਹਿਲੋਂ ਆਉਣ ਲੱਗਾ ਸਾਂ, ਤੂੰ ਜਦੋਂ ਯਾਦ ਕੀਤਾ ਸੀ, ਪਰ ਤੂੰ ਮਾਣ ਸੀ ਜਿਹੜਾ ਉਹ ਆਪਣੇ ਵੱਡ ਵਡੇਰਿਆਂ ਤੇ ਕਰ ਲਿਆ ਵੀ ਮੇਰੇ ਸਹੁਰੇ ਬੈਠੇ ਨੇ, ਵੱਡੇ ਜੇਠ ਬੈਠੇ ਨੇ, ਹੋਰ ਪਰਿਵਾਰ ਵੱਡਾ ਬੈਠਾ ਤੇ ਇਸ ਤਰ੍ਹਾਂ ਥੋੜੀ ਮੇਰੇ ਨਾਲ ਹੋਣ ਦੇਣਗੇ। ਦੂਜੀ ਵਾਰ ਫਿਰ ਤੈਨੂੰ ਆਪਣੇ ਦੰਦ ਤੇ ਮਾਣ ਹੋ ਗਿਆ ਵੀ ਮੈਂ ਮੂੰਹ ਕੱਪੜਾ ਜਿਹੜਾ ਮੂੰਹ 'ਚ ਲੈ ਲੈਣੀ ਆ ਤੇ ਫਿਰ ਅਸੀਂ ਰੁਕ ਗਏ। ਚੰਗਾ ਭਈ, ਜਿਹਨੂੰ ਤੇਰੇ ਤੇ ਮਾਣ, ਤੈਨੂੰ ਜਿੰਦੇ ਤੇ ਮਾਣ ਹੈ ਤੂੰ ਉਸ ਦੇ ਮਾਣ ਦੇ ਨਾਲ ਵੇਖ ਲਾ। ਫਿਰ ਅਖੀਰ ਜਦੋਂ ਤੂੰ ਨਿਮਾਣੀ ਹੋ ਗਈ ਤੇ ਫਿਰ ਅਸੀਂ ਭਾਈ ਤੇਰਾ ਇੱਜ਼ਤ ਤੇ ਪੱਤ ਰੱਖਣੀ ਕੀਤੀ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਤੁਝ ਉੱਪਰ ਮੇਰਾ ਹੈ ਮਾਣਾ ਹੈ ਮੇਰੇ ਵਾਹਿਗੁਰੂ, ਸਾਨੂੰ ਤਾਂ ਕੇਵਲ ਤੇਰੇ ਤੇ ਮਾਣ ਹੈ, ਕਿਸੇ ਤੇ ਭਰੋਸਾ ਨਹੀਂ, ਕਿਸੇ ਤੇ ਮਾਣ ਨਹੀਂ। ਤੂੰ ਹੀ ਸਾਡੇ ਸਾਰੇ ਕਾਰਜ ਕਰਨ ਵਾਲਾ ਹੈ, ਤੂੰ ਹੈ ਮੇਰਾ ਤਾਣਾ ਰਾਮ ਤੇ ਸਾਡੀ ਸ਼ਕਤੀ ਤਾਕਤ ਹੈ ਨਾ ਜਿਹੜੀ, ਇਹ ਵੀ ਤੂੰ ਹੈ। ਹੁਣ ਕਿਸੇ ਕੋਲੇ ਤਾਕਤ ਹੁੰਦੀ ਹੈ ਪੈਸੇ ਦੀ, ਕਿਸੇ ਕੋਲ ਤਾਕਤ ਹੈ ਰਾਜਨੀਤੀ ਦੀ, ਕਿਸੇ ਕੋਲ ਤਾਕਤ ਤਾਂ ਨਹੀਂ ਜਿਹੜਾ ਉਹ ਚਾਰ ਭਰਾਵਾਂ ਦਾ ਵੀ ਮੇਰੇ ਮਗਰ ਚਾਰ ਭਰਾ ਨੇ, ਤੇ ਸਾਡੇ ਕੋਲ ਤਾਂ ਇੱਕ ਪਰਮਾਤਮਾ ਸੱਚੇ ਸਤਿਗੁਰ ਤੇਰੇ ਨਾਮ ਦਾ ਹੀ ਆਸਰਾ ਹੈ ਜੀ। ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣ ਹੈ ਜਾਣਾ ਰਾਮ। ਸੁਰਤ ਦਾ ਅਰਥ ਗਿਆਤਾ ਹੈ, ਸੁਰਤ ਦਾ ਅਰਥ ਧਿਆਨ ਹੈ, ਸੁਰਤ ਦਾ ਅਰਥ ਸੋਝੀ ਹੈ। ਇਹ ਸੁਰਤ ਜਿਹੜੀ, ਇਹ ਸੁਰਤ ਜਿੱਥੇ ਟਿਕ ਜਾਵੇਗੀ ਨਾ ਤੇ ਮਨੁੱਖ ਜਿਹੜਾ ਉਸ ਸੁਰਤ ਦੇ ਟਿਕਿਆ ਹੀ ਉਸ ਦੀ ਪ੍ਰਾਪਤੀ ਕਰ ਦਿੰਦਾ ਹੈ। ਧਿਆਨ ਹੈ, ਜਿੱਥੇ ਧਿਆਨ ਮਨੁੱਖ ਦਾ ਲੱਗਾ ਰਹੇਗਾ, ਜਿੱਥੇ ਧਿਆਨ ਟਿਕ ਜਾਵੇਗਾ ਫਿਰ ਮਨੁੱਖ ਦਾ ਜੀਵਨ ਹੈ ਜਿਹੜਾ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਕਈ ਨੇ ਸਵੇਰੇ ਉੱਠਦੇ ਨੇ, ਹੁਣ ਉੱਠਣ ਸਾਰ ਉਹਨਾਂ ਦਾ ਧਿਆਨ ਇਹਨਾਂ ਜਿਹੜਾ ਉਹ ਇਸ ਪਾਸੇ ਲੱਗਿਆ ਰਹਿੰਦਾ ਵੀ ਮੈਂ ਛੇਤੀ ਛੇਤੀ ਚਾਹ ਪਾਣੀ ਪੀ ਲਵਾਂ, ਛੇਤੀ ਛੇਤੀ ਮਾਲ ਪਸ਼ੂ ਨੂੰ ਸੰਭਾਲ ਲਵਾਂ। ਕਿਉਂ? ਧਿਆਨ ਹੈ ਜਿਹੜਾ ਉਹ ਖੇਤ ਦੇ ਵਿੱਚ ਲੱਗਿਆ ਵੀ ਮੈਂ ਖੇਤ ਜਾਣਾ ਹੈ। ਕਈਆਂ ਦਾ ਧਿਆਨ ਗੁਰੂ ਚਰਨਾਂ ਦੇ ਨਾਲ ਜੁੜਿਆ, ਉਹ ਸਵੇਰੇ ਉਦਮ ਦੇ ਨਾਲ ਉੱਠਦੇ ਨੇ, ਇਸ਼ਨਾਨ ਕਰਦੇ ਨੇ ਤੇ ਧਿਆਨ ਹੈ ਜਿਹੜਾ ਉਹ ਗੁਰੂ ਚਰਨਾਂ ਵਿੱਚ ਜੁੜਿਆ ਰਹਿੰਦਾ ਵੀ ਮੈਂ ਗੁਰੂ ਘਰ ਜਾਣਾ, ਜਾ ਕੇ ਕੀਰਤਨ ਸੁਣਨਾ, ਕਥਾ ਵਿਚਾਰਾਂ ਸੁਣਨੀਆਂ ਨੇ। ਹੇ ਮੇਰੇ ਪਰਮਾਤਮਾ, ਸੁਰਤ ਮਤ ਚਤੁਰਾਈ ਤੇਰੀ, ਇਹ ਜਿਹੜੀ ਸਾਡੀ ਸੁਰਤ ਹੈ ਤੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ, ਜਿਹੜੀ ਸ੍ਰੇਸ਼ਟ ਬੁੱਧੀ ਦੀ ਸਾਨੂੰ ਮਤ ਦੀ ਦਾਤ ਬਖਸ਼ਣਾ ਹੈ, ਚਤੁਰਾਈ ਜਿਹੜੀ ਸਾਨੂੰ ਸਿਆਣਪ ਬਖਸ਼ਣਾ ਹੈ। ਵੈਸੇ ਚਤੁਰਾਈ ਦਾ ਅਰਥ ਹੁੰਦਾ ਚਲਾਕੀਆਂ ਕਰਨੀਆਂ, ਇੱਥੇ ਚਤੁਰਾਈ ਦਾ ਅਰਥ ਸਿਆਣਪ ਹੈ ਤੇਰੀ, ਕਿਉਂਕਿ ਉਹ ਪਰਮਾਤਮਾ ਚਤੁਰ ਨਹੀਂ ਹੈਗਾ, ਉਹ ਸਿਆਣਾ ਹੈ। ਉਹ ਸਾਨੂੰ ਸਿਆਣਪ ਦਿੰਦਾ ਹੈ, ਅਕਲ ਦਿੰਦਾ ਹੈ, ਸਾਨੂੰ ਕਿਸੇ ਦੇ ਨਾਲ ਚਲਾਕੀ ਕਰਕੇ ਠੱਗੀ ਮਾਰਨੀ ਨਹੀਂ ਸਿਖਾਉਂਦਾ। ਸੁਰਤ ਮਤ ਚਤੁਰਾਈ ਤੇਰੀ ਹੈ ਮੇਰੇ ਵਾਹਿਗੁਰੂ, ਸੁਰਤ ਧਿਆਨ ਵੀ ਤੇਰਾ ਜੋ ਤੇਰੇ ਚਰਨਾਂ ਦੇ ਨਾਲ ਤੂੰ ਜੋੜ ਕੇ ਰੱਖਦਾ, ਮਤ ਵੀ ਤੂੰ ਸਾਨੂੰ ਚੰਗੀ ਦਿੰਦਾ ਹੈ ਤੇ ਸਿਆਣਪ ਜਿਹੜੀ ਉਹ ਵੀ ਤੇਰੀ ਹੈ। ਤੂੰ ਜਾਣਾ ਇਹ, ਜਾਣਾ ਇਹਦਾ ਅਰਥ ਹੁੰਦਾ ਸਮਝਾਉਣ ਵਾਲਾ ਤੂੰ ਹੈ। ਜਾਣਾ ਰਾਮ, ਜਦੋਂ ਤੂੰ ਸਾਨੂੰ ਸਮਝਾਏਗਾ ਨਾ ਫਿਰ ਅਸੀਂ ਤੈਨੂੰ ਸਮਝਾਂਗੇ ਜੀ। ਸੋਈ ਜਾਣੈ ਸੋਈ ਪਛਾਣ ਜਾ ਕੋ ਨਦਰ ਸਿਰੰਦੇ। ਇਹ ਮੇਰੇ ਪਰਮਾਤਮਾ ਉਹੀ ਤੈਨੂੰ ਜਾਣ ਸਕਦਾ ਹੈ, ਉਹੀ ਤੈਨੂੰ ਪਛਾਣ ਸਕਦਾ ਜਿੰਦੇ ਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਰਹਿਮਤ ਕਰ ਦੇਣਾ। ਸਰੰਦੇ ਦਾ ਅਰਥ ਹੁੰਦਾ ਸ਼੍ਰੋਮਣੀ, ਨਦਰ ਸਰੰਦੇ ਜਿਹਨੂੰ ਤੂੰ ਆਪਣੀ ਨਿਗਾਹ ਦੇ ਵਿੱਚ ਲੈ ਆਉਣਾ ਹੈ, ਜਿਹਨੂੰ ਤੂੰ ਆਪਣਾ ਬਣਾ ਲੈਣਾ, ਜਿਹਨੂੰ ਤੂੰ ਆਪਣਾ ਸਿਰਜ ਲੈਣਾ ਹੈ, ਉਹੀ ਸੱਚੇ ਸਤਿਗੁਰੂ ਜੀ ਤੈਨੂੰ ਜਾਣ ਸਕਦਾ, ਤੈਨੂੰ ਪਛਾਣ ਸਕਦਾ ਹੈ ਜੀ। ਮਨ ਮੁਖ ਭੂਲੀ ਬਹੁਤੀ ਰਾਹੀ ਹਾਥੀ ਮਾਇਆ ਫੰਦੇ। ਹੁਣ ਤਾਂ ਗੁਰੂ ਮਹਾਰਾਜ ਜੀ ਦੂਸਰਾ ਪੱਖ ਪੂਰਦੇ ਨੇ ਵੀ ਦੂਜੇ ਪਾਸੇ ਜਿਹੜਾ ਮਨ ਨਾ ਇਹ ਭੁੱਲਿਆ ਹੋਇਆ, ਭੁੱਲਿਆ ਕਿ ਬਹੁਤੀ ਰਾਹੀ, ਇਹਨੇ ਰਾਹ ਬੜੇ ਲੱਭ ਲੈਣੇ। ਰਾਹ ਕਿਵੇਂ ਲੱਭ ਲੈਣੇ? ਕਦੀ ਗੁਰੂ ਘਰ ਆ ਗਏ, ਇਹ ਰਾਹ ਜਿਹੜਾ ਇਹ ਮਾਰਗ ਅਪਣਾ ਲਏ, ਤੇ ਕਦੇ ਭਾਈ ਉਹ ਕਿਸੇ ਹੋਰ ਪਾਸੇ ਤੁਰਿਆ ਫਿਰਿਆ ਉਹ ਰਾਹ ਅਪਣਾ ਲਏ। ਇਸ ਤਰ੍ਹਾਂ ਮਨੁੱਖ ਜਿਹੜਾ ਮਨੁੱਖ ਰਾਹ ਬਦਲਦਾ ਨਾ ਉਹ ਫਿਰ ਰਾਹ ਹੀ ਬਦਲਦਾ ਰਹਿੰਦਾ। ਕਈ ਹੁੰਦੇ ਨੇ ਪਹਿਲੂ ਕਿਸੇ ਹੋਰ ਥਾਂ ਤੇ ਜਾਣ ਲੱਗ ਜਾਂਦੇ ਨੇ, ਫਿਰ ਕਿਤੇ ਹੋਰ ਥਾਂ ਤੇ ਜਾਣ ਲੱਗ ਜਾਂਦੇ ਨੇ, ਫਿਰ ਕਿਸੇ ਹੋਰ ਵਿਧੀ ਦੇ ਨਾਲ ਕਈ ਧਰਮ ਹੀ ਬਦਲਣ ਲੱਗ ਜਾਂਦੇ ਨੇ। ਪਹਿਲੋਂ ਗੁਰੂ ਘਰ ਆਉਂਦੇ ਨੇ, ਗੁਰਸਿੱਖ ਹੁੰਦੇ ਨੇ, ਤੇ ਫਿਰ ਕਿਸੇ
ਡੇਰੇ ਦੇ ਵਿੱਚ ਜਾ ਕੇ ਉਹਦੇ ਸਿੱਖ ਬਣ ਜਾਂਦੇ ਨੇ। ਗੁਰੂ ਦੇ ਸਿੱਖ ਨਹੀਂ ਰਹਿੰਦੇ, ਉਹ ਡੇਰੇ ਵਾਲੇ ਦੇ ਸਿੱਖ ਬਣ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਮਨੁੱਖ ਜੀਵਨ ਦੇ ਵਿੱਚ ਵੇਖੋ ਰਾਹ ਹੀ ਬਦਲਦਾ ਤੇ ਫਿਰ ਉਹ ਰਾਹ ਬਦਲਣ ਦੇ ਵਿੱਚ ਹੀ ਰਹੇਗਾ ਨਾ, ਮੰਜ਼ਿਲ ਤੇ ਨਹੀਂ ਪਹੁੰਚੇਗਾ। ਮਨਮੁਖ ਭੁੱਲੀਏ, ਮਨਮੁਖ ਦੀ ਨਿਸ਼ਾਨੀ ਉਹ ਭੁੱਲ ਗਿਆ। ਬਹੁਤੀ ਰਾਹੀ ਉਹ ਇੱਕ ਰਾਹ ਤੇ ਨਹੀਂ ਤੁਰਦਾ, ਬਹੁਤਿਆਂ ਰਾਹਾਂ ਤੇ ਤੁਰਦਾ ਹੈ। ਫਾਥੀ ਮਾਇਆ ਫੰਦੇ, ਤੇ ਇਹਦਾ ਕਾਰਨ ਕੀ ਹੈ? ਫਾਥੀ ਦਾ ਅਰਥ ਹੁੰਦਾ ਫਸ ਗਿਆ। ਮਾਇਆ ਫੰਦੇ, ਇਹ ਮਾਇਆ ਨੇ ਫੰਦੇ ਪਾਏ ਹੋਏ ਨੇ, ਉਸ ਦੇ ਅੰਦਰ ਮਾਇਆ ਨੇ ਉਸ ਨੂੰ ਬੰਨ੍ਹ ਰੱਖਿਆ ਹੈ ਜੀ। ਠਾਕੁਰ ਭਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਗੇ ਨੇ, ਉਹਨੂੰ ਚੰਗੇ ਲੱਗ ਗਏ ਨੇ, ਉਹ ਗੁਣਾਂ ਦੇ ਖਜ਼ਾਨੇ ਬਣ ਗਏ ਨੇ, ਤੇ ਉਹਨਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਸਾਰੇ ਰੰਗਾਂ ਨੂੰ ਮਾਨਣਾ ਕੀਤਾ ਹੈ ਜੀ। ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਸਾਡੀ ਧੇਰੇ ਜਿਹੜੀ ਉਹ ਤੇਰੇ ਨਾਲੇ। ਧਰ ਦਾ ਅਰਥ ਹੁੰਦਾ ਧਿਰ, ਤੇ ਧਿਰ ਦਾ ਅਰਥ ਅੱਗੇ ਨਾ ਸਮਝ ਆਵੇ ਤੇ ਫਿਰ ਇਸ ਤਰ੍ਹਾਂ ਸਮਝ ਲਓ ਪਾਰਟੀ ਬਣਾ ਲੈਣੀ। ਨਾਨਕ ਕੀ ਧਰ ਤੂੰ ਹੈ ਠਾਕੁਰ, ਸਾਡੀ ਤਾਂ ਤੇਰੇ ਨਾਲ ਹੀ ਧਿਰ ਹੈ, ਅਸੀਂ ਤਾਂ ਤੇਰੇ ਧਿਰ ਦੇ ਹੀ ਹੋ ਗਏ ਹਾਂ, ਤੂੰ ਸਾਡਾ ਮਾਣ ਹੈ, ਸਾਨੂੰ ਤੇਰੇ ਤੇ ਮਾਣ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਇਸ ਪਾਵਨ ਸ਼ਬਦ ਦੀਆਂ 3 ਪੌੜੀਆਂ ਹੋ ਗਈਆਂ ਨੇ, ਇੱਕ ਪੌੜੀ ਰਹਿ ਗਈ ਏ। ਗੁਰੂ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ, ਆਪ ਸੇਵਾ ਲੈ ਲੈਣਗੇ। ਆਉਣ ਵਾਲੇ ਸਮੇਂ ਦੇ ਵਿੱਚ